सतनाम वाहिगुरु साहिब जी। सतगुर आयो शरण तुहारी, मिलै सुख नाम हर सोबा। चिंता लाहे हमारी, हर बिसरत सदा खुआरी। ताको धोखा कहा ब्यापै, जाको ओट तुहारी। बिन सिमरन जो जीवन बलना, सर्प जैसे अर जारी। नवखंडन को राज कमावै, अंत चलै गोहारी। गुण निधान गुण तिन्हि गाए, जाको कृपा तारी। सो सुखिया धन उस जन्मा, नानक तिस बलिहारी। बेसुमार अथाह अगनत तोलै, जो बुलाओ त्यो नानक दास बोलै। जेता जियो पिंड सब तेरा, तू अंतर जामी पुरख भगवान। दासन दास कहे जन नानक, जेहा तू कराए तेहा हो करी वख्यान। सतनाम वाहिगुरु साहिब जी। कब दब जब जारी है, मिश्रत प्रेम बिहाल। मूसन तब ही मूसीऐ, बिसरत पुरख दयाल। जाको प्रेम सुआओ है, चरण चितव मन माहे। नानक बिरही ब्रह्म के, आन न कतहु जाहे। लख घाटी चौकनो, चंचल चीत बिहाल। नीच कीच निमृत कन्ही, करनी कमल जमाल। कमल नैन अंजन श्याम, चंद्र बदन चित चार। मूसन मगन मरम स्यो, खंड खंड कर हार। मगन पयो प्रिय प्रेम स्यो, सुहूदन सिमरत अंग। प्रगट पयो सब लो महे, नानक अधम पतंग। प्रगट पयो सब लो महे, नानक अधम पतंग। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज, पतित पावन भगत वत्सल, कृपा निध दया निध सतगुरु श्री गुरु ग्रंथ साहिब जी
ਦੀਨ ਦਇਆਲ ਪਾਤਸ਼ਾਹ ਤਿਨਾਂ ਦੀ ਅਪਾਰ ਮਿਹਰਮਤ ਹੈ। ਦਇਆ ਬਖਸ਼ਿਸ਼ ਹੈ ਜੋ ਆਪ ਸਭ ਗੁਰਸਿੱਖ ਸਤਸੰਗੀ ਜਨ ਸਾਨੂੰ ਸਭ ਨੂੰ ਸਤਿਗੁਰੂ ਸਾਹਿਬ ਜੀ ਨੇ ਦਇਆ ਕਿਰਪਾ ਬਖਸ਼ਿਸ਼ ਕਰਕੇ ਸਤਸੰਗਤ ਰੂਪ ਵਿੱਚ ਜੁੜਨ ਦਾ, ਸ਼ਬਦ ਦੀ ਸਾਧਨਾ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ। ਜਿਸ ਸਤਿਗੁਰੂ ਸਾਹਿਬ ਦੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ, ਹਰ ਬਿਸਰਤ ਸਦਾ ਖੁਆਰੀ, ਤਾ ਕਉ ਧੋਖਾ ਕਹਾ ਵਿਆਪੈ, ਜਾ ਕਉ ਓਟ ਤੁਹਾਰੀ। ਆਮ ਕਰਕੇ ਮਨੁੱਖ ਦਾ ਸੁਭਾਅ ਹੈ, ਮਨੁੱਖ ਦੀ ਮਾਨਸਿਕਤਾ ਐਸੀ ਹੈ ਕਿ ਜੀਵਨ ਦੇ ਵਿੱਚ ਜਦ ਦੁੱਖ ਹੈ, ਜੀਵਨ ਦੇ ਵਿੱਚ ਜਦ ਸੰਕਟ ਹੈ, ਜੀਵਨ ਕਈ ਪ੍ਰਕਾਰ ਦੀਆਂ ਵਿਪਦਾਵਾਂ ਦੇ ਨਾਲ ਜਦ ਭਰ ਜਾਂਦਾ ਹੈ, ਤਾਂ ਮਨੁੱਖ ਦਾ ਆਤਮਿਕ, ਮਾਨਸਿਕ ਅਤੇ ਸਰੀਰਕ ਸਭ ਪ੍ਰਕਾਰ ਦਾ ਸਕੂਨ ਜਦ ਪੂਰੀ ਤਰ੍ਹਾਂ ਭੰਗ ਹੋ ਜਾਂਦਾ ਹੈ, ਤਾਂ ਮਨੁੱਖ ਸਮਝਦਾ ਹੈ, ਉਸ ਨੂੰ ਦੋਸ਼ ਆਇਦ ਕਰਨ ਦੀ ਪ੍ਰਵਿਰਤੀ ਕਿਸੇ ਹੋਰ 'ਤੇ ਰੱਖਦਾ ਹੈ, ਉਸ ਨੂੰ ਕਿਸੇ ਹੋਰ ਤਰੀਕੇ ਨਾਲ ਇਲਜ਼ਾਮ ਤਰਾਸ਼ੀ ਕਰਦਾ ਕਿਸੇ ਹੋਰ ਦੂਜਿਆਂ ਉੱਪਰ। ਪਰ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਹਰ ਬਿਸਰਤ ਸਦਾ ਖੁਆਰੀ। ਜਦੋਂ ਹਿਰਦੇ ਅੰਦਰ ਪ੍ਰਭੂ ਦੀ ਯਾਦ ਵਿਸਰ ਗਈ, ਜੀਵਨ ਦਾ ਮਨੋਰਥ ਨਹੀਂ ਚੇਤੇ ਰਿਹਾ, ਜੀਵਨ ਦੀ ਸਾਧਨਾ ਦਾ ਢੰਗ ਵੀ ਨਹੀਂ ਪਤਾ ਰਿਹਾ, ਤਾਂ ਗੁਰੂ ਸਾਹਿਬ ਜੀ ਕਹਿੰਦੇ ਫਿਰ ਖੁਆਰ ਹੀ ਖੁਆਰ ਹੈ। ਉਹ ਵੱਖਰੀ ਗੱਲ ਹੈ ਕਿ ਆਪਣੀ ਖੁਆਰੀ ਨੂੰ ਵੀ ਕਈ ਵਾਰੀ ਬੰਦਾ ਉੱਤਮ ਗਿਣਦਾ ਜਾਂਦਾ, ਜਿਵੇਂ ਨਸ਼ੇ ਵਾਲਾ ਇਨਸਾਨ ਆਪਣੇ ਨਸ਼ੇ ਦੀ ਪ੍ਰਵਿਰਤੀ ਨੂੰ ਵੀ ਬੜਾ ਚੰਗਾ ਹੀ ਗਿਣਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ, ਤਾ ਕੋ ਧੋਖਾ ਕਹਾ ਵਿਆਪੈ, ਜਾ ਕੋ ਓਟ ਤੁਹਾਰੀ। ਜਿਨ੍ਹਾਂ ਨੂੰ ਆਪਣੇ ਆਤਮ ਸਰੂਪ ਦੀ ਪਛਾਣ ਹੈ, ਜਿਨ੍ਹਾਂ ਨੂੰ ਆਪਣੇ ਜੀਵਨ ਮਨੋਰਥ ਦਾ ਪਤਾ ਹੈ, ਜਿਨ੍ਹਾਂ ਨੂੰ ਜੀਵਨ ਜਿਉਣ ਦਾ ਢੰਗ ਗੁਰੂ ਸ਼ਬਦ ਦੇ ਗਿਆਨ ਦੁਆਰਾ ਪਤਾ ਹੈ, ਗੁਰੂ ਸਾਹਿਬ ਜੀ ਕਹਿੰਦੇ ਤਾ ਕੋ ਧੋਖਾ ਕਹਾ ਵਿਆਪੈ। ਜਿਵੇਂ ਧੋਖੇ ਦਾ ਭਾਵ ਹੈ ਕਿ ਜਦੋਂ ਕੋਈ ਭਰਮਾਉਂਦਾ ਹੈ, ਜਦੋਂ ਕੋਈ ਆਕਰਸ਼ਿਤ ਕਰੇ, ਉਹਦੀਆਂ ਅਤ ਕਥਨੀ ਜਾਂ ਉਹਦੀਆਂ ਅਧੂਰੀਆਂ ਗੱਲਾਂ ਦੇ ਵਿੱਚ ਬੰਦਾ ਆ ਜਾਵੇ, ਤਾਂ ਉਹਦੇ ਨਾਲ ਧੋਖਾ ਹੁੰਦਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਵਿਕਾਰਾਂ ਦੇ ਅਧੂਰੇ ਰਸਾਂ ਦੇ ਵਿੱਚ ਪੈ ਕੇ ਮਨੁੱਖ ਭਟਕਦਾ ਹੈ, ਤਾਂ ਉਹਦੇ ਜੀਵਨ ਦੀ ਜਿਹੜੀ ਸਾਧਨਾ ਉਹ ਥਿਰ ਨਹੀਂ ਰਹਿੰਦੀ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਤਾ ਕੋ ਧੋਖਾ ਕਹਾ ਵਿਆਪੈ, ਜਾ ਕੋ ਓਟ ਤੁਹਾਰੀ। ਓਟ ਤੁਹਾਰੀ ਦਾ ਭਾਵ ਜਿਨ੍ਹਾਂ ਨੂੰ ਆਪਣੇ ਆਤਮ ਸਰੂਪ ਦੀ ਸ਼ੁੱਧਤਾ ਦਾ, ਉੱਚਤਾ ਦਾ ਪਤਾ ਹੈ ਅਤੇ ਆਪਣੇ ਜੀਵਨ ਦੇ ਮਨੋਰਥ ਦਾ ਪਤਾ ਹੈ। ਅਤੇ ਇਹ ਜੀਵਨ ਮਨੋਰਥ ਦ੍ਰਿੜ ਕਰਨਾ ਹੋਵੇ ਤਾਂ ਸਤਸੰਗਤ ਵਿੱਚ ਆਉਣਾ ਬੜਾ ਯਕੀਨਨ ਲਾਜ਼ਮੀ ਹੈ। ਸੋ ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਐਸਾ ਨਿਰਮਲ ਯਤਨ ਗੁਰੂ ਕਿਰਪਾ ਸਦਕਾ ਰੋਜ਼ਾਨਾ ਕਰਕੇ ਗੁਰੂ ਬਖਸ਼ਿਸ਼ ਦੇ ਪਾਤਰ ਬਣਦੇ ਹੋ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬ ਦਬ ਜਬ ਜਾਰੀਐ, ਬਿਸ਼ਵਰਤ ਪ੍ਰੇਮ ਬਿਹਾਲ, ਮੂਸਨ ਤਬ ਹੀ ਮੂਸੀਐ, ਬਿਸਰਤ ਪੁਰਖ ਦਇਆਲ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਤਿਨਾਂ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਬਾਣੀ ਚੌਬੋਲੇ ਮਹੱਲਾ ਪੰਜਵਾਂ ਦੀ ਆਪ ਜੀ ਲੜੀਵਾਰ ਵਿਆਖਿਆ ਸ਼ਰਵਣ ਕਰ ਰਹੇ ਹੋ। ਲੜੀਵਾਰ ਬਾਣੀ ਵਿਆਖਿਆ ਦੇ ਅੰਤਰਗਤ ਗੁਰੂ ਸਾਹਿਬ ਦੀ ਬਖਸ਼ਿਸ਼ ਕਰਦੇ ਹਾਂ ਅੱਜ ਦੇ ਸ਼ਲੋਕ ਦੁਆਰਾ ਫਰਮਾਉਂਦੇ ਹਨ, ਕਬ ਦਬ ਜਬ ਜਾਰੀ ਹੈ, ਬਿਸ਼ਰਤ ਪ੍ਰੇਮ ਬਿਹਾਲ। ਦੁਨੀਆ ਦਾ ਹਰੇਕ ਮਨੁੱਖ ਆਪਣੀ ਜ਼ਿੰਦਗੀ ਭਰ ਦਾ ਯਤਨ ਕਰਕੇ, ਜ਼ਿੰਦਗੀ ਭਰ ਧਨ ਇਕੱਤਰਿਤ ਕਰਕੇ, ਆਪਣੀ ਕਿਰਤ ਆਦਿ ਕਰਕੇ ਆਪਣੇ ਸੁੰਦਰ ਮਕਾਨਾਂ ਨੂੰ ਅੰਜਾਮ ਦਿੰਦਾ ਹੈ, ਆਪਣਾ ਗ੍ਰਹਿ ਸਥਾਨ ਬਣਾਉਂਦਾ ਹੈ। ਅਤੇ ਜਦੋਂ ਉਹ ਬਣਾਏ ਹੋਏ ਉਹਦੇ ਸੁੰਦਰ ਧਾਮ ਕਿਸੇ ਕੁਦਰਤੀ ਵਿਪਦਾ ਕਰਕੇ ਢਹਿ ਜਾਣ ਜਾਂ ਅੱਗ ਆਦਿਕ ਲੱਗ ਜਾਏ, ਤਾਂ ਮਨੁੱਖ ਬੜਾ ਦੁਖੀ ਹੁੰਦਾ ਹੈ, ਬੜਾ ਉਹ ਘੋਰ ਨਿਰਾਸ਼ਾ ਵਿੱਚ ਚੱਲਿਆ ਜਾਂਦਾ ਕਿ ਜ਼ਿੰਦਗੀ ਭਰ ਦਾ ਧਨ ਸੰਚ ਕੇ ਇਹ ਮਕਾਨ ਖੜ੍ਹਾ ਕੀਤਾ, ਇਹਦੇ ਉੱਪਰ ਇੱਕ ਕੁਦਰਤੀ ਵਿਪਦਾ ਆ ਗਈ ਹੈ ਅਤੇ ਸਾਰਾ ਢਹਿ ਢੇਰੀ ਹੋ ਗਿਆ। ਤਾਂ ਗੁਰੂ ਸਾਹਿਬ ਜੀ ਅੱਜ ਦੇ ਇਸ ਪ੍ਰਮਾਣ ਦੁਆਰਾ ਸਾਨੂੰ ਸੋਝੀ ਬਖਸ਼ਿਸ਼ ਕਰਦੇ ਹਨ ਕਿ ਇੰਨਾ ਵੀ ਮਨੁੱਖ ਬੇਹਾਲ ਨਹੀਂ ਹੋਣਾ ਚਾਹੀਦਾ
ਜੇ ਉਹਦੇ ਘਰ ਆਦਿਕ ਦਾ ਕੱਬ ਦੱਬ ਜਾਂ ਬਜ਼ਾਰੀ ਹੈ, ਕੱਬ ਦੱਬ ਦਾ ਭਾਵ ਜਿਤਨਾ ਮਕਾਨ ਧਨ ਆਦਿਕ ਇਕੱਤਰਿਤ ਕਰਕੇ ਸੰਚਿਤ ਕਰਕੇ ਖੜਾ ਕੀਤਾ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹਦੇ ਨਾਲ ਬੇਹਾਲ ਹੋਇਆ ਹੋਣਾ ਵੀ ਕੋਈ ਵੱਡੀ ਗੱਲ ਨਹੀਂ ਕਿ ਘਰ ਆਦਿਕ ਜਲ ਗਿਆ ਅਤੇ ਮਨੁੱਖ ਬੜਾ ਪਛੇਮਾਨ ਹੋਵੇ। ਗੁਰੂ ਸਾਹਿਬ ਜੀ ਕਹਿੰਦੇ ਅਸਲ ਦੇ ਵਿੱਚ ਉਦੋਂ ਝੂਰਨਾ ਚਾਹੀਦਾ, ਉਦੋਂ ਹਾਲੋਂ ਬੇਹਾਲ ਹੋਣਾ ਚਾਹੀਦਾ, ਉਦੋਂ ਮਨੁੱਖ ਨੂੰ ਚਿੰਤਤ ਹੋਣਾ ਚਾਹੀਦਾ ਹੈ। ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ, ਦਇਆਲ ਜਦੋਂ ਹਿਰਦੇ ਅੰਦਰ ਅਕਾਲ ਪੁਰਖ ਦੀ ਯਾਦ ਹੀ ਵਿਸਰ ਜਾਵੇ, ਇਸ ਸਰੀਰ ਰੂਪ ਮੰਦਰ ਦੇ ਵਿੱਚ ਗੁਰੂ ਕੀ ਸਿਫਤ ਸਲਾਹ ਦਾ ਪ੍ਰਕਾਸ਼ ਹੀ ਨਾ ਰਹੇ, ਹਿਰਦੇ ਅੰਦਰੋਂ ਸਮੁੱਚੇ ਜੀਵਨ ਦੇ ਵਿੱਚੋਂ ਪਰਮੇਸ਼ਰ ਦਾ ਸ਼ੁਕਰਾਨਾ ਹੀ ਵਿਸਰ ਜਾਵੇ, ਤਾਂ ਗੁਰੂ ਸਾਹਿਬ ਜੀ ਕਹਿੰਦੇ ਉਦੋਂ ਅਸਲ ਦੇ ਵਿੱਚ ਮਨੁੱਖ ਲੁੱਟਿਆ ਜਾਂਦਾ ਹੈ। ਹੁਣ ਇਸ ਗੱਲ ਨੂੰ ਥੋੜ੍ਹਾ ਜਿਹਾ ਗੁਰਮਤਿ ਦੀ ਰੌਸ਼ਨੀ ਦੇ ਵਿੱਚ ਬਾਣੀ ਦੇ ਵਿਸ਼ਾਗਤ ਵਿਚਾਰ ਤਹਿਤ ਸਮਝਣ ਦਾ ਯਤਨ ਕਰੀਏ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕੱਬ ਦੱਬ ਜਾਰੀ ਹੈ। ਇਸ ਸ਼ਬਦ ਦਾ ਇੱਕ ਹੋਰ ਵੀ ਭਾਵ ਬਣਦਾ ਹੈ ਕਿ ਜਲਾ ਦੇਣ ਦੇ ਯੋਗ ਹਨ ਉਹ ਘਰ ਆਦਿਕ ਜਿਹੜੇ ਜਿਨ੍ਹਾਂ ਦੇ ਅੰਦਰ ਪ੍ਰਭੂ ਦੀ ਯਾਦ ਨਹੀਂ ਪੈਦਾ ਹੁੰਦੀ, ਕਿਉਂਕਿ ਬਾਣੀ 'ਚ ਐਸਾ ਵਾਕ ਹੈ। ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਕਬੀਰ ਜਾ ਘਰ ਸਾਧ ਨ ਸੇਵੀਏ, ਹਰ ਕੀ ਸੇਵਾ ਨਾਹੀਂ, ਤੇ ਘਰ ਮਰਹਟ ਸਾਰਖੇ ਭੂਤ ਬਸਹੇ ਤਿੰਨ ਮਾਹੇ। ਹੁਣ ਇੱਥੇ ਘਰ ਦਾ ਭਾਵ ਜੇ ਥੋੜ੍ਹਾ ਹੋਰ ਗਹਿਰਾ ਲੈਣਾ ਹੋਵੇ, ਮਨੁੱਖ ਨੂੰ ਸਭ ਤੋਂ ਪਹਿਲਾਂ ਘਰ ਮਿਲਦਾ ਹੈ ਆਪਣੇ ਸਰੀਰ ਦਾ। ਸਰੀਰ ਦਾ ਘਰ ਮਿਲਣ ਦਾ ਭਾਵ ਕੀ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਆਤਮ ਸਰੂਪ ਜਿਹੜੀ ਪ੍ਰਕਾਸ਼ ਹੈ ਉਹ ਸਰੀਰ ਦੇ ਅੰਦਰ ਟਿਕਦਾ। ਇਸ ਕਰਕੇ ਪ੍ਰਥਮ ਘਰ ਮਨੁੱਖ ਦਾ ਸਰੀਰ ਹੈ। ਫਿਰ ਇਸ ਸਰੀਰ ਨੂੰ ਸਹੂਲਤ ਪਹੁੰਚਾਉਣ ਦੇ ਲਈ ਮਨੁੱਖ ਬਾਹਰੀ ਤੌਰ 'ਤੇ ਮਕਾਨ ਖੜ੍ਹੇ ਕਰਕੇ ਆਪਣੀ ਸਹੂਲਤ, ਆਪਣੇ ਵਿਚਰਨ, ਆਪਣੇ ਆਰਾਮ ਦੇ ਲਈ ਮਹਿਲ ਮਾੜੀਆਂ ਆਦਿਕ ਤਿਆਰ ਕਰਦਾ ਹੈ, ਪਰ ਪ੍ਰਥਮ ਤੌਰ 'ਤੇ ਸਰੀਰ ਹੈ। ਹੁਣ ਅਸੀਂ ਬਹੁਤ ਸੁੰਦਰ ਮਕਾਨ ਬਣਾਉਂਦੇ ਹਾਂ, ਕਾਹਦੇ ਕਰਕੇ? ਇਸ ਕਰਕੇ ਸਾਡੇ ਪਰਿਵਾਰ ਦੇ ਜੀਅ ਹਨ ਉਹ ਸਾਰੇ ਆਰਾਮ ਦੇ ਨਾਲ, ਮੀਂਹ ਹਨੇਰੀ ਆਦਿਕ ਦੀ ਵਿਪਦਾ ਆਉਣੀ ਹੈ, ਆਰਾਮ ਦੇ ਨਾਲ ਆਪਣੇ ਘਰ ਦੇ ਅੰਦਰ ਬੈਠ ਸਕਣ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕਿ ਮਨੁੱਖ ਤੇਰੇ ਅੰਦਰ ਆਤਮ ਜੋਤ ਦਾ ਪ੍ਰਕਾਸ਼ ਹੈ ਅਤੇ ਤੇਰਾ ਪਹਿਲਾ ਘਰ ਸਰੀਰ ਹੈ। ਜੇ ਇਸ ਘਰ ਦੇ ਵਿੱਚ ਅਸਲ ਜਿਹਦੇ ਕਰਕੇ ਘਰ ਬਣਿਆ ਹੋਇਆ ਜੇ ਉਹਦਾ ਹੀ ਯਾਦ ਨਹੀਂ ਹੈ, ਭਾਵ ਕਿ ਸਰੀਰ ਕੇਵਲ ਆਪਣੇ ਆਪ ਦੇ ਵਿੱਚ ਨਹੀਂ ਬਣ ਗਿਆ। ਗ੍ਰੰਥ ਸਾਹਿਬ ਦੀ ਬਾਣੀ ਰੋਜ਼ਾਨਾ ਸਾਨੂੰ ਯਾਦ ਕਰਾਉਂਦੀ ਹੈ, ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਬੜਾ ਸੁੰਦਰ ਘਰ ਹੋਵੇ ਨਾ, ਬੜੀ ਕੀਮਤੀ ਬਣਿਆ ਹੋਵੇ, ਉਹਦੇ ਵਿੱਚ ਕੋਈ ਰਹਿੰਦਾ ਨਾ ਹੋਵੇ ਅਤੇ ਕਿਤੇ ਸਾਨੂੰ ਲੰਘਦਿਆਂ ਕਿਤੇ ਉਹਦੇ ਅੰਦਰੋਂ ਉੱਲੂਆਂ ਪੰਛੀਆਂ ਆਦਿਕ ਦੀਆਂ ਜ਼ਿਆਦਾ ਆਵਾਜ਼ਾਂ ਆਉਣ, ਤਾਂ ਅਸੀਂ ਉਹਨੂੰ ਘਰ ਕਹਿਣ ਦੀ ਬਜਾਏ ਉਜਾੜ ਕਹਿਣਾ ਜ਼ਿਆਦਾ ਵਧੀਆ ਸਮਝਦੇ ਹਾਂ, ਕਿਉਂਕਿ ਇੱਥੇ ਵਾਸੀ ਨਹੀਂ ਰਿਹਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਇਸ ਸਰੀਰ ਰੂਪ ਘਰ ਦੇ ਵਿੱਚ ਮਾਲਕ ਦਾ ਜੋਤ ਦਾ ਪ੍ਰਕਾਸ਼ ਹੁੰਦਿਆਂ ਵੀ ਅਗਰ ਇਹਦੀ ਸਿਫਤ ਸਲਾਹ ਨਹੀਂ ਪੈਦਾ ਹੋ ਰਹੀ, ਇਹਦੇ ਅੰਦਰ ਉਹਦੀ ਯਾਦ ਨਹੀਂ ਵਸ ਰਹੀ, ਮਤਲਬ ਕਿ ਜਿਹਦੇ ਤੋਂ ਮਕਾਨ ਸਿਰਜਿਤ ਹੋਇਆ, ਜੇ ਉਹਦਾ ਹੀ ਉਸ ਮਕਾਨ ਉਸ ਸਰੀਰ ਦੇ ਵਿੱਚ ਜ਼ਿਕਰ ਨਹੀਂ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਜਲਾ ਦੇਣ ਦੇ ਯੋਗ ਹੈ। ਅਤੇ ਇਹਦੇ ਜਲਾ ਦੇਣ ਦੇ ਨਾਲ ਬੇਹਾਲ ਹੋਣਾ ਕੋਈ ਬਹੁਤਾ ਮਾਇਨੇ ਨਹੀਂ ਰੱਖਦਾ। ਮਾਇਨੇ ਉਦੋਂ ਹੋਣਾ ਚਾਹੀਦਾ ਹੈ। ਹੁਣ ਉਦਾਹਰਨ ਦੇ ਤੌਰ 'ਤੇ ਮਕਾਨ ਦਾ ਨਿਰਮਾਣ ਕਰਨਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ, ਪਰ ਮਕਾਨ ਦਾ ਨਿਰਮਾਣ ਕਰਨ ਤੋਂ ਬਾਅਦ ਉਹਦੀ ਸੰਭਾਲ ਕਰਨੀ, ਉਹਦੇ ਵਿੱਚ ਵਸਣਾ ਵੀ ਓਨਾ ਹੀ ਜ਼ਰੂਰੀ ਹੈ। ਇਸ ਕਰਕੇ ਦੁਨਿਆਵੀ ਤੌਰ 'ਤੇ ਇੱਕ ਅਖੌਤ ਆਖੀ ਜਾਂਦੀ ਹੈ, ਘਰ ਵਸਦਿਆਂ ਦੇ, ਖੇਤ ਵਾਹੁੰਦਿਆਂ ਦੇ ਅਤੇ ਸਾਕ ਮਿਲਦਿਆਂ ਦੇ। ਉਹਦਾ ਭਾਵ ਕੀ ਹੈ ਕਿ ਇਹ ਚੀਜ਼ਾਂ ਦੇ ਜਦੋਂ ਦੂਜਾ ਪ੍ਰੋਸੈਸ ਨਾਲ ਪੈਦਾ ਹੁੰਦਾ ਹੈ ਉਦੋਂ ਇਹ ਸ਼ੋਭਨੀਕ ਹੁੰਦੀਆਂ ਨੇ। ਅਤੇ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸਰੀਰ ਰੂਪ ਘਰ ਹੈ, ਇਹਦੇ ਅੰਦਰ ਮਾਲਕ ਦੀ ਯਾਦ ਨੂੰ ਦ੍ਰਿੜ ਕਰਨ ਦੇ ਕਿੰਨੇ ਕਾਰਨ ਪਏ ਨੇ। ਸਭ ਤੋਂ ਪਹਿਲਾ ਕਾਰਨ ਇਹ ਪਿਆ ਹੈ ਕਿ ਇਸ ਪੰਜਾਂ ਤੱਤਾਂ ਨੂੰ ਜੋੜ ਕੇ ਅਕਾਲ ਪੁਰਖ ਨੇ ਸਰੀਰ ਰੂਪ ਮੰਦਰ ਦਾ ਨਿਰਮਾਣ ਕੀਤਾ, ਬੜਾ ਸੋਹਣਾ ਕੀਤਾ। ਫਿਰ ਉਹਦੇ ਵਿੱਚ ਆਪਣੀ ਆਤਮ ਜੋਤ ਦਾ ਦੀਪਕ ਜਗਾ ਕੇ ਇਸ ਮਿੱਟੀ ਦੇ ਮੰਦਰ ਨੂੰ ਧੜਕਣ ਜੋਗਾ ਕਰ ਦਿੱਤਾ, ਧੜਕਣ ਜੋਗਾ ਕਰ ਦਿੱਤਾ। ਇਹਦੇ ਵਿੱਚ ਬੜਾ ਕੁਝ ਅਕਾਲ ਪੁਰਖ ਨੇ ਭਰ ਦਿੱਤਾ। ਪਰ ਜੇ ਜੀਵਨ ਦਾ ਸਾਰਾ ਹੁਲਾਸ ਮਾਣਦਿਆਂ ਹੋਇਆਂ ਵੀ ਇਸ ਸਰੀਰ ਦੇ ਘਰ ਮੰਦਰ ਦੇ ਨਿਰਮਾਣ ਕਰਨ ਵਾਲੇ ਦੀ ਯਾਦ ਤੇਰੇ ਅੰਦਰ ਨਹੀਂ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਜਲਾ ਦੇਣ ਦੇ ਯੋਗ ਹੈ। ਅਤੇ ਉਦੋਂ ਨਹੀਂ ਬੰਦੇ ਨੂੰ ਬੇਹਾਲ ਹੋਣਾ ਚਾਹੀਦਾ ਜਦੋਂ ਘਰ ਬਾਰ ਆਦਿਕ ਜਲ ਜਾਏ। ਹਾਲੋਂ ਬੇਹਾਲ ਤਾਂ ਸਗੋਂ ਮਨੁੱਖ ਉਦੋਂ ਹੋਵੇ ਕਿ ਐਡਾ ਵਧੀਆ ਸਰੀਰ ਰੂਪ ਘਰ ਮਿਲਿਆ ਹੈ, ਉਹਦੇ ਵਿੱਚ ਆਤਮ ਜੋਤ ਦਾ ਪ੍ਰਕਾਸ਼ ਵੀ ਹੈ, ਪਰ ਸਾਨੂੰ ਸਾਰ ਨਹੀਂ। ਇਸ ਕਰਕੇ ਗੁਰਬਾਣੀ 'ਚ ਇੱਕ ਵਾਕ ਹੁੰਦਾ, ਕਿਆ ਸੁਲਤਾਨ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮ ਨਹੀਂ।
ਹੁਣ ਜਿਹੜੇ ਰਾਜਨੀਤਿਕ ਜਾਂ ਸ਼ਾਸਨਕਰਤਾ ਲੋਕ ਨੇ ਉਹਨਾਂ ਨੂੰ ਸਲਾਮ ਤਾਂ ਹੁੰਦੀ ਹੈ ਜਦੋਂ ਤੱਕ ਉਹ ਅਹੁਦਿਆਂ 'ਤੇ ਰਹਿੰਦੇ ਨੇ, ਜਦੋਂ ਤੱਕ ਉਹਨਾਂ ਦੇ ਕੋਲ ਕੋਈ ਸਥਾਨ ਰਹਿੰਦਾ ਸ਼ਾਸਨ ਦਾ ਜਾਂ ਆਪਣੇ ਹੁਕਮ ਆਦਿਕ ਚਲਾਉਣ ਦਾ। ਜਦੋਂ ਸ਼ਾਸਨ ਨਹੀਂ ਹੁੰਦਾ ਕੋਈ ਨਮਸਕਾਰ ਨਹੀਂ ਕਰਦਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕਿਆ ਸੁਲਤਾਨ ਸਲਾਮ ਵੇ ਹੋਣਾ, ਮਨੁੱਖ ਉਦੋਂ ਤੱਕ ਤੈਨੂੰ ਪਰਮੇਸ਼ਰ ਦੀ ਬਖਸ਼ਿਸ਼ ਨਹੀਂ ਹਾਸਲ ਹੋ ਸਕਦੀ ਜਦੋਂ ਤੱਕ ਤੂੰ ਉਸ ਅਕਾਲ ਪੁਰਖ ਦੀ ਯਾਦ ਨੂੰ, ਹੁਣ ਇਹਨੂੰ ਵਸਾਉਣ ਦਾ ਢੰਗ ਕੀ ਹੈ। ਕੱਲ੍ਹ ਵੀ ਇਸ ਵਿਚਾਰ 'ਤੇ ਨੁਕਤਾਗਤ ਗੱਲ ਹੋਈ ਸੀ ਕਿ ਜਿਸ ਚੀਜ਼ ਦੇ ਆਧਾਰ 'ਤੇ ਸਾਰਾ ਜੀਵਨ ਬਣਿਆ, ਜੇ ਉਹੀ ਵਿਸਰ ਗਿਆ ਤਾਂ ਬਾਕੀ ਜਿੰਨੇ ਮਰਜ਼ੀ ਆਧਾਰ ਮਨੁੱਖ ਸਿਰਜਦਾ ਰਵੇ ਉਹ ਸਾਰੇ ਅਸਥਿਰ ਹੀ ਰਹਿਣਗੇ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਫਰਮਾਉਂਦੇ ਹਨ। ਇਸੇ ਕਰਕੇ ਗੁਰਬਾਣੀ 'ਚ ਬਾਰ-ਬਾਰ ਜ਼ਿਕਰ ਆਇਆ ਹੈ, ਮੋਕੋ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ ਰਾਮਈਆ, ਕਿ ਜਦੋਂ ਤੱਕ ਤੇਰੀ ਯਾਦ ਬਣੀ ਰਹਿੰਦੀ ਹੈ ਉਦੋਂ ਤੱਕ ਹੀ ਜੀਵਨ ਸੁਹਾਵਣਾ ਲੱਗਦਾ। ਹੁਣ ਅਸੀਂ ਇਹਨੂੰ ਦੁਨਿਆਵੀ ਪੱਧਰ 'ਤੇ ਦੇਖ ਲਈਏ, ਅਸੀਂ ਆਪਣੇ ਪਰਿਵਾਰਕ ਮੋਹ ਦੇ ਵਿੱਚ ਪਦਾਰਥਾਂ ਦੀ ਖਿੱਚ ਵਿੱਚ ਰਹਿਣ ਵਾਲੇ ਹਾਂ। ਹੁਣ ਪਰਿਵਾਰ ਦੇ ਨਾਲ ਮੋਹ ਬਣਿਆ ਹੋਇਆ ਅਤੇ ਪਰਿਵਾਰ ਦੇ ਵਿੱਚ ਸਨੇਹ ਹੈ, ਬੜਾ ਚੰਗਾ ਲੱਗਦਾ ਹੈ। ਪਦਾਰਥਾਂ ਦੇ ਨਾਲ ਖਿੱਚ ਹੈ, ਪਦਾਰਥ ਬੜੇ ਚੰਗੇ ਲੱਗਦੇ ਨੇ। ਪਰਿਵਾਰ ਦੇ ਵਿੱਚ ਕੋਈ ਸੰਕਟ ਵਾਪਰਿਆ, ਪਦਾਰਥਾਂ ਦੇ ਦਲ 'ਤੇ ਕੋਈ ਹਾਨੀ ਹੋਈ, ਉਸੇ ਵੇਲੇ ਅਸੀਂ ਦੁਖਤ ਹੋ ਜਾਂਦੇ ਹਾਂ। ਦੁਨਿਆਵੀ ਪੱਧਰ ਦੀ ਗੱਲ ਕਰ ਰਿਹਾ ਕਿ ਪਰਿਵਾਰ 'ਚ ਕੋਈ ਵਿਪਤਾ ਪਈ ਹੈ, ਪਰਿਵਾਰ ਦਾ ਦੂਜਾ ਜੀ ਕਿਸੇ ਸਮੱਸਿਆ ਦੇ ਵਿੱਚ ਹੈ, ਚਿੰਤਾ ਸਾਨੂੰ ਹੋ ਰਹੀ ਹੈ। ਪਦਾਰਥ ਸਾਡੇ ਤੋਂ ਦੂਰ ਪਿਆ ਹੋਇਆ ਹੈ, ਪਦਾਰਥ ਨੂੰ ਹਾਨੀ ਪਹੁੰਚੀ ਹੈ, ਚਿੰਤਾ ਸਾਨੂੰ ਹੋ ਰਹੀ। ਦਾ ਮਤਲਬ ਜੁੜੇ ਹੋਣ ਦੇ ਵਿੱਚ ਸੁੱਖ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਤਾਂ ਦੁਨਿਆਵੀ ਪੱਧਰ ਦੀ ਗੱਲ ਹੈ। ਇਸੇ ਪ੍ਰਕਾਰ ਜੇ ਅਕਾਲ ਪੁਰਖ ਪਰਮ ਸਰੂਪ ਦੀ ਯਾਦ ਵਿੱਚ ਰਹੇਗਾ ਤਾਂ ਸਗਲਾ ਜੀਵਨ ਸੁਹਾਵਣਾ ਬਣੇਗਾ। ਜਾ ਕੋ ਪ੍ਰੇਮ ਸੁਆਓ ਹੈ ਚਰਨ ਚਿਤਵ ਮਨ ਮਾਹੀ। ਹੁਣ ਗੁਰੂ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ, ਹਰੇਕ ਚੀਜ਼ ਜਦੋਂ ਜੁੜੀ ਹੁੰਦੀ ਹੈ ਉਹਦੇ ਕੋਈ ਲੱਛਣ ਹੁੰਦੇ ਨੇ। ਕੋਈ ਚੀਜ਼ ਕਿਸੇ ਦੇ ਨਾਲ ਅਭੇਦ ਹੋਵੇ, ਕਿਸੇ ਦੇ ਵਿੱਚ ਪੂਰੀ ਤਰ੍ਹਾਂ ਸਮਾ ਗਈ ਹੋਵੇ ਤਾਂ ਉਹਦੇ ਕੁਝ ਲੱਛਣ ਹੁੰਦੇ ਹਨ। ਜਿਵੇਂ ਉਦਾਹਰਨ ਦੇ ਤੌਰ 'ਤੇ ਇੱਕ ਇਨਸਾਨ ਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਚੱਲ ਰਹੀ ਹੈ, ਉਹ ਦਿਨੇ ਵੀ ਕਿਰਤ ਕਰ ਰਿਹਾ ਹੈ, ਰਾਤ ਨੂੰ ਵੀ ਚੋਰੀ ਡਾਕਾ ਆਦਿ ਕਰ ਰਿਹਾ ਹੈ। ਇਹਦਾ ਮਤਲਬ ਹੈ ਕਿ ਇਹਦੇ ਅੰਦਰ ਤ੍ਰਿਸ਼ਨਾ ਜਿਹੜੀ ਅਜੇ ਇਹਨੂੰ ਟਿਕ ਕੇ ਬੈਠਣ ਨਹੀਂ ਦੇ ਰਹੀ। ਇੱਕ ਦੂਜਾ ਹੈ ਜਿਹਦੇ ਪਾਸ ਹਿਰਦੇ 'ਚ ਸੰਤੋਖ ਦਾ ਧਨ ਆ ਗਿਆ ਹੈ, ਉਹਦੇ ਕੋਲੋਂ ਭਾਵੇਂ ਆਪਣੀਆਂ ਸਰੀਰਕ ਦੀਆਂ ਭੋਜਨ ਕੱਪੜੇ ਆਦਿ ਦੀਆਂ ਲੋੜਾਂ ਵੀ ਨਹੀਂ ਪੂਰੀਆਂ ਹੋ ਰਹੀਆਂ, ਪਰ ਤਾਂ ਵੀ ਉਹ ਬੜੇ ਆਨੰਦ ਦੇ ਵਿੱਚ ਬੈਠਾ। ਇਹਦਾ ਭਾਵ ਉਹਦੇ ਭਟਕਣ ਦਾ ਕਾਰਨ ਤ੍ਰਿਸ਼ਨਾ ਅਤੇ ਉਹਦੇ ਟਿਕੇ ਹੋਣ ਦਾ ਕਾਰਨ ਉਹਦੇ ਕੋਲੋਂ ਸੰਤੋਖ ਹੋਣਾ ਹੈ। ਇਸੇ ਪ੍ਰਕਾਰ ਜਿਹੜੀ ਚੀਜ਼ ਭਟਕਣਾ ਵਿੱਚ ਹੁੰਦੀ ਹੈ ਉਹ ਆਪਣਾ ਕੋਈ ਲੱਛਣ ਪ੍ਰਗਟ ਕਰ ਰਹੀ ਹੈ। ਗੁਰੂ ਸਾਹਿਬ ਜੀ ਨਾ ਬਾਣੀ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜਾਨ। ਜੀਵਨ ਦੇ ਵਸੀਲੇ ਤਾਂ ਪੂਰੇ ਹੋ ਗਏ ਨੇ, ਬੜੇ ਸਹਿਜ ਚੱਲ ਰਹੇ ਨੇ। ਕਦੇ ਆਪਣੇ ਜੀਵਨ ਨੂੰ ਗੌਰ ਦੇ ਨਾਲ ਦੇਖੀਏ ਨਾ, ਸਭ ਤੋਂ ਪਹਿਲਾਂ ਮਨੁੱਖ ਆਪਣੇ ਆਪ ਨੂੰ ਇੱਕ ਨਿਮਨ ਪੱਧਰ 'ਤੇ ਲਿਆ ਕੇ ਦੇਖੇ ਕਿ ਜੀਵਨ ਦੀ ਲੋੜ ਕਿੰਨੀ ਹੈ ਅਤੇ ਜੀਵਨ ਦੀ ਲੋੜ ਦੀ ਬਜਾਏ ਮਿਲ ਕਿੰਨਾ ਰਿਹਾ ਹੈ, ਅਤੇ ਮੈਂ ਖੁਦ ਕਿੰਨਾ ਸੰਚਿਤ ਕਰਨ ਦਾ ਯਤਨ ਕਰ ਰਿਹਾ ਅਤੇ ਕਿੰਨਾ ਐਸਾ ਸੰਚਿਤ ਕਰ ਲਿਆ ਹੈ ਜਿਹੜਾ ਲੋੜ ਤੋਂ ਬਾਹਰ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਅਕਾਲ ਪੁਰਖ ਦੀ ਯਾਦ ਵਿੱਚ ਜੁੜੇ ਹੁੰਦੇ ਹਨ ਉਹਨਾਂ ਦੇ ਜੀਵਨ ਦੀ ਕੀ ਹਾਲ ਹੈ। ਜਾਂ ਕੋ ਪ੍ਰੇਮ ਸੁਆਓ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਉਸ ਅਕਾਲ ਪੁਰਖ ਪ੍ਰੀਤਮ ਦੇ ਨਾਲ ਮੁਹੱਬਤ ਹੈ। ਗੁਰੂ ਸਾਹਿਬ ਜੀ ਕਹਿੰਦੇ ਚਰਨ ਚਿਤਵ ਮਨ ਮਾਹੇ। ਦੁਨੀਆਦਾਰੀ ਵਿੱਚ ਰਹਿ ਰਹੇ ਹਨ ਪਰ ਜਿਹੜਾ ਚਿੱਤ ਹੈ ਉਹ ਅਕਾਲ ਪੁਰਖ ਨਾਲ ਭਿੱਜਾ ਹੈ। ਪਦਾਰਥਾਂ ਦੇ ਨਾਲ ਰਹਿ ਰਹੇ ਹਨ ਪਰ ਪਦਾਰਥਾਂ ਤੋਂ ਇਲਾਵਾ ਆਪਣਾ ਚਿੱਤ ਉਸ ਅਕਾਲ ਪੁਰਖ ਦਾਤਾਰ ਸਿਰਜਣਹਾਰ ਦੇ ਨਾਲ ਜੁੜਿਆ। ਹੁਣ ਚਿੱਤ ਜੁੜੇ ਹੋਣ ਦੇ ਕੀ ਲੱਛਣ ਹਨ? ਚਿੱਤ ਜੁੜੇ ਹੋਣ ਦੇ ਕੀ ਲੱਛਣ ਹਨ ਕਿ ਮਨੁੱਖ ਜੇ ਅਧਿਆਤਮਿਕ ਪੱਧਰ 'ਤੇ ਇਸ ਗੱਲ ਨੂੰ ਵਾਚੀਏ ਤਾਂ ਮਨੁੱਖ ਬੜਿਆਂ ਪੱਧਰਾਂ ਤੋਂ ਸਹਿਜ ਹੁੰਦਾ ਹੈ। ਬੜੇ ਪੱਧਰਾਂ ਤੋਂ ਸਹਿਜ ਹੋਣ ਦਾ ਭਾਵ ਜੇ ਉਹਦੀ ਕਥਨੀ ਦੀ ਗੱਲ ਕਰ ਲਈਏ, ਪਹਿਲੀ ਤਾਂ ਗੱਲ ਉਹ ਮਿੱਥਿਆ ਵਾਕ ਕਥੇਗਾ ਨਹੀਂ। ਜੇ ਕੁਝ ਉਹਨੂੰ ਬੋਲਣ ਦੀ ਆਵਸ਼ਕਤਾ ਹੋਈ ਹੈ ਤਾਂ ਉਹਦੇ ਬੋਲਾਂ ਦੇ ਵਿੱਚ ਅਕਾਲ ਪੁਰਖ ਦਾ, ਉਹਦੇ ਗਿਆਨ ਦਾ, ਉਹਦੇ ਓਟ ਆਧਾਰ ਦਾ ਜ਼ਿਕਰ ਹੋਏਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਚਰਨ ਚਿਤਵ ਮਨ ਮਾਹੇ। ਉਦਾਹਰਨ ਦੇ ਤੌਰ 'ਤੇ ਜਿਵੇਂ ਅਸੀਂ ਆਪਣੇ ਪਰਿਵਾਰ ਧਨ ਸੰਪਦਾ ਆਦਿਕ ਦੇ ਨਾਲ ਜੁੜੇ ਹੁੰਦੇ, ਜਿੱਥੇ ਵੀ ਬੈਠਦੇ ਹਾਂ ਉਹਦਾ ਆਪਣਾ ਜ਼ਿਕਰ ਆਪਣੇ ਆਪ ਹੀ ਆਰੰਭ ਹੋ ਜਾਂਦਾ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਚਰਨ ਚਿਤਵ ਮਨ ਮਾਹੇ। ਜਿਨ੍ਹਾਂ ਦੇ ਅੰਦਰ ਉਸ ਅਕਾਲ ਪੁਰਖ ਦੇ ਚਿੱਤ ਦੇ ਅੰਦਰ ਉਹਦੀ ਯਾਦ ਸਮਾ ਗਈ ਹੈ, ਉਹਨਾਂ ਦੀ ਜ਼ੁਬਾਨ ਤੋਂ ਹਰ ਵੇਲੇ ਵਾਕ
ਉਹਨਾਂ ਦੇ ਭਾਵਾਂ ਦੇ ਵਿੱਚ ਜਿਹੜਾ ਇੱਕ ਚਿੰਤਨ ਹੈ ਉਹ ਹਰ ਵੇਲੇ ਅਕਾਲ ਪੁਰਖ ਦਾ ਹੀ ਚੱਲਦਾ ਰਹਿੰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਬਿਰਹੀ ਬ੍ਰਹਮ ਕੇ ਆਨ ਨ ਕਤਹੂ ਜਾਏ। ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਬਜ਼ੁਰਗ ਸਨ ਉਹ ਘਰ ਦਾ ਵਸਾਹ ਨਹੀਂ ਖਾਂਦੇ ਸਨ, ਭਾਵੇਂ ਕਿੰਨੀ ਵਿਪਤਾ ਪੈ ਜਾਣੀ ਉਹਨੇ ਬਾਕੀ ਪਰਿਵਾਰ ਭੇਜ ਦੇਣਾ, ਆਪ ਘਰੇ ਹੀ ਰਹਿਣਾ। ਸਮਾਂ ਤਬਦੀਲ ਹੋ ਗਿਆ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਦਾ ਚਿੱਤ ਅਕਾਲ ਪੁਰਖ ਨਾਲ ਜੁੜ ਗਿਆ ਹੈ, ਨਾਨਕ ਬਿਰਹੀ ਬ੍ਰਹਮ ਕੇ, ਉਹ ਆਪਣੇ ਆਤਮ ਸਰੂਪ ਦੀ ਜਿਹੜੀ ਉੱਚਤਾ ਹੈ ਉਹਨੂੰ ਕਦੀ ਨਹੀਂ ਛੱਡਦੇ ਹਨ। ਜਿਵੇਂ ਕਈ ਬੰਦਿਆਂ ਨੇ ਆਪਣੇ ਨੈਤਿਕ ਅਸੂਲ ਐਸੇ ਬਣਾਏ ਹੁੰਦੇ ਨੇ ਕਿ ਜੀਵਨ ਦੇ ਵਿੱਚ ਕਿੰਨਾ ਕੁਝ ਭਾਵੇਂ ਉਥਲ ਪੁਥਲ ਕਰਨਾ ਪਵੇ ਉਹ ਨਹੀਂ ਕਰਦੇ, ਆਪਣੇ ਨੈਤਿਕ ਅਸੂਲਾਂ ਦੇ ਉੱਪਰ ਕਾਬਜ਼ ਰਹਿੰਦੇ ਹਨ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੀਵਨ ਜਿਉਣ ਦਾ ਆਧਾਰ ਹੀ ਇਹੀ ਹੈ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਅਕਾਲ ਪੁਰਖ ਦੀ ਯਾਦ ਨਾਲ ਜੁੜੇ ਹਨ, ਨਾਨਕ ਬਿਰਹੀ ਬ੍ਰਹਮ ਕੇ, ਉਹ ਆਤਮਾ ਦੀ ਉੱਚਤਾ ਨਹੀਂ ਛੱਡਦੇ ਹਨ। ਆਤਮਾ ਦੀ ਉੱਚਤਾ ਦਾ ਭਾਵ ਇਹ ਹੈ ਕਿ ਆਤਮਾ ਦੀ ਉੱਚਤਾ ਦੇ ਵਿੱਚ ਕਿਸੇ ਵਿਕਾਰ ਦਾ ਦਖਲ ਨਹੀਂ ਹੈ, ਮਾਇਆ ਦੇ ਕਿਸੇ ਅੰਸ਼ ਦਾ ਦਖਲ ਨਹੀਂ। ਇਸ ਕਰਕੇ ਉਹ ਆਪਣਾ ਉਚੇਰਾ ਜੀਵਨ ਨਹੀਂ ਛੱਡਦੇ ਹਨ। ਹੁਣ ਉਚੇਰੇ ਜੀਵਨ ਦੇ ਪ੍ਰਮਾਣ ਨੂੰ ਸਮਝਣਾ ਹੋਵੇ ਤਾਂ ਸਾਡਾ ਬਚਪਨ ਸਾਡੇ ਲਈ ਬੜਾ ਸਹਾਇਕ ਹੈ। ਦੁਨੀਆ ਭਰ ਦੇ ਅਧਿਆਤਮਿਕ ਪੁਰਸ਼ਾਂ ਨੇ ਗਰਭ ਕਾਲ ਦੇ ਬੱਚੇ ਨੂੰ ਬ੍ਰਹਮ ਗਿਆਨੀ ਕਿਹਾ ਹੈ ਕਿ ਬੱਚੇ ਦੀ ਜਿਹੜੀ ਪਵਿੱਤਰ ਅਵਸਥਾ ਹੈ, ਉਪਨਿਸ਼ਦ ਇਹ ਗੱਲ ਦੱਸਦੇ ਹਨ ਕਿ ਜਿਹੜੀ ਬੱਚੇ ਦੀ ਆਤਮਿਕ ਤੌਰ 'ਤੇ ਜਿਹੜੀ ਸਵੱਛਤਾ ਹੈ, ਨਿਰਮਲਤਾ ਹੈ, ਉਹ ਉਹਦੀ 4.5 ਸਾਲ ਤੱਕ ਬਣੀ ਰਹਿੰਦੀ ਹੈ। ਉਸ ਤੋਂ ਬਾਅਦ ਉਹਦੀ ਸਿਮਰਤੀ ਦੇ ਅੰਦਰ ਸੰਸਾਰ ਦਾ ਦਖਲ ਵਧਣਾ ਸ਼ੁਰੂ ਹੋ ਜਾਂਦਾ ਅਤੇ ਉਹ ਆਪਣੇ ਆਤਮਿਕ ਅਧਿਆਤਮਿਕ ਅਰਥਾਂ ਵਿੱਚ ਉੱਚੇ ਜੀਵਨ ਤੋਂ ਹੌਲੀ ਹੌਲੀ ਸੰਸਾਰ ਵਾਲੇ ਪਾਸੇ ਆ ਜਾਂਦਾ, ਮੁੜ ਕੇ ਪੂਰਾ ਸੰਸਾਰੀ ਹੀ ਹੋ ਜਾਂਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਬਿਰਹੀ ਬ੍ਰਹਮ ਕੇ, ਜਿਨ੍ਹਾਂ ਨੂੰ ਪਤਾ ਹੈ ਕਿ ਮਨ ਦੇ ਤਲ 'ਤੇ ਜੀਵਾਂਗੇ ਅਤੇ ਵਿਕਾਰਾਂ ਦੇ ਸਹਿਤ ਜਿਉਣਾ ਪਏਗਾ, ਜੇ ਆਤਮ ਦੇ ਤਲ 'ਤੇ ਜਿਉਵਾਂਗੇ ਅਤੇ ਆਤਮ ਦੇ ਤਲ 'ਤੇ ਫਿਰ ਜਿਹੜੇ ਰੱਬੀ ਗੁਣ ਹਨ, ਰੱਬੀ ਗੁਣ ਆਤਮ ਤਲ ਵਿੱਚ ਵਾਸ ਕਰਦੇ ਹਨ। ਰੱਬੀ ਗੁਣ ਆਤਮ ਤਲ ਵਿੱਚ ਕਿਵੇਂ ਵਾਸ ਕਰਦੇ ਹਨ? ਮਨ ਅਤੇ ਬੁੱਧ ਦੀ ਹਾਲਤ ਸਾਨੂੰ ਇਹ ਨਿਰਣਾ ਦਿੰਦੀ ਹੈ ਕਿ ਇਹ ਤੇਰੇ ਆਪਣੇ ਨੇ, ਇਹ ਤੇਰਾ ਪਰਾਇਆ ਹੈ। ਆਤਮ ਦੇ ਵਿੱਚੋਂ ਇਹ ਨਿਰਣਾ ਬਣਦਾ ਹੀ ਨਹੀਂ, ਕਿਉਂਕਿ ਆਤਮ ਤਾਂ ਨਿਰਲੇਪ ਹੈ। ਮਨ ਦੀ ਹਾਲਤ ਕਹਿੰਦੀ ਹੈ, ਮਨ ਦੀ ਹਾਲਤ ਆਪਣਾ ਉਹਨੂੰ ਮੰਨ ਲੈਂਦੀ ਹੈ ਜਿਹਨੇ ਸਿਫਤ ਸਲਾਹ ਕਰ ਦਿੱਤੀ ਹੈ, ਜਿਹਨੇ ਸਾਨੂੰ ਚੰਗਾ ਕਹਿ ਦਿੱਤਾ ਉਹਨੂੰ ਅਸੀਂ ਆਪਣਾ ਮੰਨ ਲੈਂਦੇ ਹਾਂ। ਤਾਂ ਇਸੇ ਪ੍ਰਕਾਰ ਬੁੱਧੀ ਨੇ ਜਿਹਦਾ ਨਿਰਣਾ ਕਰ ਦਿੱਤਾ ਕਿ ਥੋੜ੍ਹਾ ਠੀਕ ਨਹੀਂ, ਉਹਨੂੰ ਪਰਾਏ ਦੀ। ਮਨ ਦੇ ਤਲ 'ਤੇ ਜੀਵਾਂਗੇ ਇਹ, ਫਿਰ ਮਨ ਦੇ ਤਲ 'ਤੇ ਹੀ ਮਨੁੱਖ ਆਪਣਾ ਪਰਾਇਆ ਕੱਢਦਾ, ਫਿਰ ਸੰਬੰਧਾਂ ਦੇ ਤਲ 'ਤੇ, ਫਿਰ ਜੀਵਨ ਦੇ ਪੱਧਰ ਦੇ ਤਲ 'ਤੇ ਫਿਰ ਮੰਨਦਾ ਹੈ ਕਿ ਜਿਹੜੇ ਪਦਾਰਥ ਮੈਨੂੰ ਸਕੂਨ ਪਹੁੰਚਾ ਰਹੇ ਹਨ ਜਾਂ ਮਨ ਦੇ ਜਿਹੜੇ ਵੇਗ ਮੈਨੂੰ ਸਕੂਨ ਪਹੁੰਚਾ ਰਹੇ ਹਨ, ਚਾਹੇ ਉਹ ਵਿਕਾਰਾਂ ਭਰੇ ਹੋਣ, ਫਿਰ ਵਿਕਾਰਾਂ ਦੇ ਮਨੁੱਖ ਨਾਲ ਮਨੁੱਖ ਆਪਣਾ ਨਾਤਾ ਬਣਾ ਲੈਂਦਾ ਹੈ। ਅਤੇ ਜਿਹੜਾ ਰੱਬੀ ਯਾਦ ਹੈ ਜਿਹਦੇ ਵਿੱਚ ਜ਼ਿਆਦਾ ਵੱਡਾ ਸੁੱਖ ਪਿਆ ਹੋਇਆ, ਮਨੁੱਖ ਉਹਦੇ ਤੋਂ ਦੂਰੀ ਬਣਾ ਲੈਂਦਾ, ਕਿਉਂਕਿ ਸਮਝ ਇੰਨੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਆਤਮਿਕ ਤਲ ਦਾ ਜੀਵਨ ਜੀਵੋ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਬਿਰਹੀ ਬ੍ਰਹਮ ਕੇ। ਬਸੰਤ ਰਾਗ ਦੀ ਬਾਣੀ 'ਚ ਨਾ ਵਾਕ ਆਉਂਦੇ ਨੇ ਭਗਤ ਰਾਮਾਨੰਦ ਜੀ, ਉਹ ਆਖਦੇ ਹਨ, ਕਤ ਜਾਈਐ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚਲੈ ਮਨ ਪਇਓ ਭੰਗ। ਕਿ ਹੁਣ ਮੇਰੀ ਭਟਕਣ ਦੇ ਸਾਰੇ ਮੁਕਾਮ ਮੁੱਕ ਗਏ ਨੇ, ਹਿਰਦੇ ਘਰ ਵਿੱਚ ਹੀ ਆਨੰਦ ਬਣ ਗਿਆ ਹੈ। ਭਾਵ ਕਿ ਜਿੱਥੇ ਵੀ ਬੈਠਾ ਉੱਥੇ ਅਗਰ ਅਕਾਲ ਪੁਰਖ ਦਾ ਇੱਕ ਵਾਰੀ ਨਾਮ ਆਰਾਧ ਲਵਾਂ ਤਾਂ ਸਾਰਾ ਜੀਵਨ, ਸਾਰਾ ਚਿੱਤ ਜਿਹੜਾ ਆਨੰਦ ਦੇ ਨਾਲ ਭਰ ਜਾਂਦਾ। ਇਸ ਕਰਕੇ ਕਹਿੰਦੇ ਭਟਕਣ ਹੀ ਮੁੱਕ ਗਈ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਾਕ ਹਨ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਵਿਸਰਾਮ। ਜਿਵੇਂ ਕੁਝ ਬੰਦੇ ਹੁੰਦੇ ਨੇ ਨਾ, ਆਪਣੀ ਜ਼ਿੰਦਗੀ ਦਾ ਨਿਸ਼ਾਨਾ ਮਿੱਥਿਆ ਹੁੰਦਾ, ਅਤੇ ਜਦੋਂ ਉਹ ਨਿਸ਼ਾਨਾ ਮਿੱਥ ਲੈਂਦੇ ਨੇ, ਪਹੁੰਚ ਜਾਂਦੇ ਨੇ, ਫਿਰ ਉਹ ਆਰਾਮ ਕਰਦੇ ਨੇ। ਪਰ ਕਈ ਐਸੇ ਨੇ ਉਦੋਂ ਜਾ ਕੇ ਵੀ ਬੇਆਰਾਮ ਹੋ ਜਾਂਦੇ ਨੇ। ਨਿਸ਼ਾਨਾ ਉਚਤਮ ਮਿੱਥਿਆ ਹੋਵੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਆਤਮਿਕ ਜੀਵਨ ਦਾ ਟੀਚਾ ਮਿੱਥਿਆ ਹੋਇਆ ਹੈ, ਜਦੋਂ ਉੱਥੇ ਪਹੁੰਚ ਜਾਂਦੇ ਹਨ, ਫਿਰ ਉਸ ਤੋਂ ਬਾਅਦ ਉਹ ਆਪਣੀ ਕਿਸੇ ਪ੍ਰਕਾਰ ਦੀ ਭਟਕਣ ਨਹੀਂ ਰਹਿਣ ਦਿੰਦੇ ਹਨ। ਲੱਖ ਘਾਟੀ ਉੱਚੋਂ ਕਨੋਂ ਚੰਚਲ ਚੀਤ ਬਿਹਾਲ। ਤਾਂ ਇਸੇ ਪ੍ਰਕਾਰ ਮੈਦਾਨੀ ਤਲ 'ਤੇ ਮਨੁੱਖ ਚੱਲਦਾ ਹੈ, ਮਨੁੱਖ ਨੂੰ ਸਾਹ ਨਹੀਂ ਚੜ੍ਹਦਾ, ਉਹਨੂੰ ਕੋਈ ਸਰੀਰਕ ਮੁਸ਼ਕਿਲ ਨਹੀਂ ਆਉਂਦੀ। ਉਚੇਰੀ ਪਹਾੜੀ 'ਤੇ ਚੜ੍ਹਨਾ ਹੋਵੇ, ਸਰੀਰ ਵੀ ਉਹੀ ਹੁੰਦਾ ਹੈ, ਕਦਮ ਵੀ ਉਹੀ ਹੁੰਦੇ ਨੇ, ਪਰ ਮਨੁੱਖ ਨੂੰ ਚੜ੍ਹਨ ਦੇ ਨਾਲ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਲੱਖ ਘਾਟੀ, ਆਸਾ ਅਤੇ ਤ੍ਰਿਸ਼ਨਾ ਦੀਆਂ ਵਾਸ਼ਨਾਵਾਂ ਦੀਆਂ ਉੱਚੀਆਂ ਘਾਟੀਆਂ ਨੇ। ਮਨੁੱਖ ਸਮਝਦਾ ਕਿ ਸ਼ਾਇਦ ਇਹਨਾਂ ਘਾਟੀਆਂ ਦੇ ਉੱਚੇ ਜਾ ਕੇ ਮੈਨੂੰ ਬੜਾ ਆਨੰਦ ਪ੍ਰਾਪਤ ਹੋ ਜਾਏਗਾ, ਮਤਲਬ ਮੇਰੀਆਂ ਸਾਰੀਆਂ ਆਸਾਂ, ਮੇਰੀ ਤ੍ਰਿਸ਼ਨਾ ਦੇ ਸਾਰੇ ਪੱਧਰ, ਮੇਰੀ ਵਾਸ਼ਨਾ ਦੇ ਸਾਰੇ ਪੱਧਰ ਪੂਰੇ ਹੁੰਦੇ ਜਾਣ,
ਫਿਰ ਸ਼ਾਇਦ ਜਾ ਕੇ ਜੀਵਨ ਦਾ ਸੁੱਖ ਮਿਲੇਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਊਚੋ ਕਨੋ, ਬੜੀਆਂ ਉੱਚੀਆਂ ਹਨ ਚੰਚਲ ਚੀਤ ਬਿਹਾਲ। ਅਤੇ ਇੰਨੀਆਂ ਸਰਪਟ ਹੋ ਜਾਂਦੀਆਂ ਨੇ ਜਦੋਂ ਬੰਦਾ ਸਿਖਰ 'ਤੇ ਜਾਂਦਾ ਹੈ ਅਤੇ ਉੱਪਰ ਜਾ ਕੇ ਬਿਲਕੁਲ ਸਰਪਟ ਹੋ ਜਾਂਦੀਆਂ ਹਨ ਅਤੇ ਮਨੁੱਖ ਦੇ ਕਦਮ ਉੱਥੇ ਠਹਿਰਦੇ ਨਹੀਂ ਅਤੇ ਮਨੁੱਖ ਹੇਠਾਂ ਨੂੰ ਡਿੱਗ ਪੈਂਦਾ। ਭਾਵ ਇਹਨੂੰ ਸਰਲ ਜਿਹਾ ਕਹਿਣਾ ਹੋਵੇ ਕਿ ਤ੍ਰਿਸ਼ਨਾ ਦਾ ਪੱਧਰ ਜਾਗਿਆ, ਤ੍ਰਿਸ਼ਨਾ ਦਾ ਪੱਧਰ ਜਾਗਿਆ ਲੋਭ ਦੇ ਤਲ 'ਤੇ। ਪਹਿਲਾਂ ਕੁਦਰਤੀ ਜੋ ਪ੍ਰਾਪਤ ਸੀ ਉਹਦੇ ਨਾਲ ਸੰਤੋਖ ਨਹੀਂ ਪੈਦਾ ਹੋਇਆ, ਫਿਰ ਪ੍ਰਪੰਚ ਕੀਤਾ, ਛਲ ਕਪਟ ਬੇਈਮਾਨੀ ਆਦਿਕ, ਉਹਦੇ ਨਾਲ ਵੀ ਗੱਲ ਨਹੀਂ ਬਣੀ। ਫਿਰ ਅਸਿੱਧੇ ਤੌਰ 'ਤੇ ਧਨ ਚੁਰਾਉਣ ਤੱਕ ਚਲਾ ਗਿਆ ਅਤੇ ਇਹ ਹੈ ਲੋਭ ਦੀ ਘਾਟੀ ਜਿਹੜੀ ਚੋਰੀ ਤੱਕ ਲੈ ਗਈ, ਅਪਰਾਧ ਤੱਕ ਲੈ ਗਈ। ਅਤੇ ਉੱਪਰ ਜਾ ਕੇ ਜਦੋਂ ਸੋਚਿਆ ਕਿ ਬੜਾ ਸੰਚਲਾਂਗਾ ਅਤੇ ਅਚਾਨਕ ਜੀਵਨ ਦੇ ਵਿੱਚ ਹੇਠਾਂ ਸੁੱਟ ਦਿੱਤਾ। ਭਾਵ ਕਿ ਚੋਰੀ ਕਰਦਿਆਂ ਪਕੜਿਆ ਗਿਆ, ਮੁੜ ਕੇ ਸਮੁੱਚਾ ਜੀਵਨ ਸਜ਼ਾ ਦੇ ਵਿੱਚ ਬਤੀਤ ਹੋਇਆ। ਇਹੀ ਤ੍ਰਿਸ਼ਨਾ ਜਦੋਂ ਕਾਮ ਦੇ ਤਲ 'ਤੇ ਕਿ ਆਪਣੇ ਆਪ ਨੂੰ ਮਨੁੱਖ ਨੂੰ ਅਧੀਨ ਕਰ ਲੈਂਦੀ ਹੈ ਤਾਂ ਆਪਣੇ ਗ੍ਰਸਤ ਦੇ ਨੇਮ ਵਿੱਚ ਪੂਰੀ ਤਰ੍ਹਾਂ ਸੰਜਮਵਾਨ, ਉਹਦਾ ਧਰਮ ਦੇ ਸੁਭਾਅ ਵਾਲਾ, ਮਰਜ਼ਾਦਾਮਈ ਸੁਭਾਅ ਵਾਲਾ ਨਾ ਰਿਹਾ, ਪਰਗ੍ਰਹਿ ਵੱਲ ਰੁਚਿਤ ਹੋਇਆ, ਪਰਗ੍ਰਹਿ ਦੇ ਵੱਲ ਵੀ ਚੱਲਦਾ ਰਿਹਾ, ਬੜਾ ਚਿਰ ਰਸ ਭੋਗਦਾ ਰਿਹਾ। ਆਖਰ ਜੀਵਨ ਦਾ ਐਸਾ ਪੱਧਰ ਬਣਿਆ ਕਿ ਜੀਵਨ ਦੀ ਸਾਰੀ ਨੈਤਿਕਤਾ, ਜੀਵਨ ਦੀ ਸਾਰੀ ਮਾਣ ਮਰਜ਼ਾਦਾ ਜਦੋਂ ਉਸ ਕਾਮ ਦੀ ਉਚੇਰੀ ਘਾਟੀ 'ਤੇ ਜਾ ਕੇ ਪ੍ਰਗਟ ਹੋ ਗਈ ਤਾਂ ਮਨੁੱਖ ਦਾ ਸਾਰਾ ਜੀਵਨ ਚੂਰੋ ਚੂਰ ਹੋ ਗਿਆ, ਉਹਦੇ ਵਿੱਚ ਕੋਈ ਮਾਣ ਮਰਜ਼ਾਦਾ ਸਾਬਤ ਨਾ ਰਹੀ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਲੱਖ ਘਾਟੀ ਊਚੋ ਕਨੋਂ, ਬੜੀਆਂ ਉੱਚੀਆਂ ਹਨ ਘਨੋਂ, ਬੜੀਆਂ ਜ਼ਿਆਦਾ ਚੰਚਲ ਚੀਤ ਬਿਹਾਲ। ਅਤੇ ਉੱਥੇ ਜਾ ਕੇ ਜਿਹੜਾ ਚੰਚਲ ਚਿੱਤ ਹੈ ਸਾਡਾ ਉਹ ਬੇਹਾਲ ਹੋ ਜਾਂਦਾ ਹੈ। ਕਿ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਨੀਚ ਕੀਚ ਨਿਮ੍ਰਿਤ ਕਨੀ ਕਰਨੀ ਕਮਲ ਜਮਾਲ। ਦੂਜੇ ਪਾਸੇ ਚਿੱਕੜ ਨੀਵਾਂ ਹੁੰਦਾ ਹੈ, ਚਿੱਕੜ ਜ਼ਮੀਨ ਦੇ ਤਲ 'ਤੇ ਹੁੰਦਾ ਹੈ, ਪਰ ਕਹਿੰਦੇ ਉਸ ਚਿੱਕੜ ਦੇ ਵਿੱਚ ਹੀ ਕਮਲ ਫੁੱਲ ਪੈਦਾ ਹੁੰਦੇ ਹਨ। ਭਾਵ ਕਿ ਜੇ ਜੀਵਨ ਦੇ ਵਿੱਚ ਨਿਮਰਤਾ ਬਣੀ ਰਹੇ, ਜੀਵਨ ਦੇ ਵਿੱਚ ਆਪਣੇ ਮੂਲ ਦੇ ਨਾਲ ਜੁੜੇ ਹੋਣ ਦਾ ਅਭਿਆਸ ਬਣਿਆ ਰਹੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਕਰਨੀ ਰੂਪ ਕਰਨੀ ਕਮਲ ਜਮਾਲ। ਹੈ ਜਮਾਲ ਸਾਈਂ ਫਕੀਰ, ਉੱਥੇ ਫਿਰ ਕਰਨੀ ਦੇ, ਸ਼ੁਭ ਕਰਨੀ ਦੇ ਚੰਗੇ ਕਵਲ ਫੁੱਲ ਪੈਦਾ ਹੁੰਦੇ ਹਨ। ਭਾਵੇਂ ਕਿ ਜੀਵਨ ਚਿੱਕੜ ਵਿੱਚ ਰਹਿਣਾ ਹੈ ਪਰ ਨਿਮਰਤਾ ਦੇ ਸਹਿਤ ਹੋਣ ਕਰਕੇ ਉਹਦੇ ਵਿੱਚ ਵੀ ਕਮਲ ਫੁੱਲ ਖਿੜ ਜਾਂਦੇ ਨੇ। ਇਹਦਾ ਭਾਵ ਇਹ ਹੈ ਕਿ ਜਦੋਂ ਮਨੁੱਖ ਆਪਣੇ ਮਨ ਨੂੰ ਨਿਮਰ ਭਾਵ ਵਿੱਚ ਰੱਖਦਾ। ਹੁਣ ਅਸੀਂ ਨਿਮਰਤਾ ਦੇ ਅਰਥ ਪਤਾ ਕੀ ਸਮਝਦੇ ਹਾਂ ਜੀ? ਥੋੜ੍ਹਾ ਜਿਹਾ ਹਰ ਕਿਸੇ ਨੂੰ ਜੀ ਜੀ ਕਹਿ ਕੇ ਬੁਲਾਉਣਾ, ਅਗਲਾ ਮਿਲੇ ਬਾਰ-ਬਾਰ ਉਹਦੇ ਚਰਨੀ ਪਈ ਜਾਣਾ, ਉਹਦੀ ਸਿਫਤ ਜੀ ਕਰੀ ਜਾਣੀ, ਆਪਣੇ ਆਪ ਨੂੰ ਬਿਲਕੁਲ ਨਾ ਜਨਾਉਣਾ, ਇਹ ਨਿਮਰਤਾ ਹੈ। ਨਿਮਰ ਦਾ ਭਾਵ ਇਹ ਹੈ ਆਪਣੇ ਮੂਲ ਦੇ ਨਾਲ ਜੁੜੇ ਰਹਿਣਾ। ਆਪਣੇ ਮੂਲ ਦੇ ਨਾਲ ਜੁੜੇ ਰਹਿਣ ਦਾ ਭਾਵ ਕੀ ਹੈ ਕਿ ਹੁਣ ਕਈ ਵਾਰੀ ਆਪ ਜੀ ਨੇ ਕੁਝ ਰੁੱਖ ਐਸੇ ਦੇਖੇ ਹੋਣਗੇ ਕਿ ਉਹ ਜ਼ਮੀਨੀ ਸਤਹ ਦੇ ਨਾਲ ਜ਼ਿਆਦਾ ਨੇੜੇ ਰਹਿੰਦੇ ਨੇ। ਜਿਹੜੇ ਜ਼ਮੀਨੀ ਸਤਹ ਦੇ ਨਾਲ ਜ਼ਿਆਦਾ ਨੇੜੇ ਰਹਿੰਦੇ ਨੇ, ਜਦੋਂ ਝੱਖੜ ਦਾ ਕੋਈ ਖਤਰਾ ਵਾਪਰਦਾ ਹੈ ਅਤੇ ਉਹਨਾਂ ਦੇ ਪੁੱਟੇ ਜਾਣ ਦੀ ਸੰਭਾਵਨਾ ਨਹੀਂ ਰਹਿੰਦੀ। ਇਸ ਕਰਕੇ ਸਿਆਣਿਆਂ ਨੇ ਨਿਮਰਤਾ ਦਾ ਇੱਕ ਰੂਪ ਇਹ ਕਿਹਾ ਹੈ ਕਿ ਨਿਮਰਤਾ ਉਸ ਬੋਹੜ ਵਰਗੀ ਹੋ ਜਾਣੀ ਚਾਹੀਦੀ ਜਿਹੜਾ ਪਹਿਲਾਂ ਇਕੱਲਾ ਹੁੰਦਾ ਹੈ ਪਰ ਸਮੇਂ ਦੇ ਜਾ ਕੇ ਜਿਹੜੀ ਹੈ ਉਹਦੀਆਂ ਰੁੱਖ ਦੇ ਵਿੱਚੋਂ ਸ਼ਾਖਾਵਾਂ ਨਿਕਲ ਕੇ ਫਿਰ ਧਰਤੀ ਵਿੱਚ ਜੁੜ ਜਾਂਦੀਆਂ ਨੇ। ਭਾਵ ਕਿ ਜਦੋਂ ਸਾਡਾ ਜੀਵਨ ਪੈਦਾ ਹੋਇਆ ਉਦੋਂ ਸਾਡੇ ਪਾਸ ਕੋਈ ਬਲ ਨਹੀਂ ਸੀ, ਕੋਈ ਸਮਰੱਥਾ ਨਹੀਂ ਸੀ, ਪਰ ਸਾਡਾ ਜੀਵਨ ਵਧਣ ਦੇ ਨਾਲ ਸਾਡੇ ਕੋਲੋਂ ਬਲ ਆਏ, ਸਮਰੱਥਾਵਾਂ ਆਈਆਂ। ਪਰ ਉਹ ਸਮਰੱਥਾਵਾਂ ਫਿਰ ਜ਼ਮੀਨ ਦੇ ਨਾਲ ਹੀ ਜੁੜ ਜਾਣੀਆਂ ਚਾਹੀਦੀਆਂ। ਜਿਵੇਂ ਬੋਹੜ ਆਪਣੀਆਂ ਟਾਹਣੀਆਂ ਨੂੰ, ਉਹ ਜਿਹੜੀਆਂ ਉਹਦੇ ਮੁੱਚਾਦਿਕ ਰੂਪ ਨੇ, ਉਹ ਫਿਰ ਜ਼ਮੀਨ ਦੇ ਵਿੱਚ ਸਮਾ ਲੈਂਦਾ ਅਤੇ ਉਹਦੇ ਪੁੱਟੇ ਜਾਣ ਦਾ ਖਤਰਾ ਮੁੱਕ ਜਾਂਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਆਪਣੀਆਂ ਬਲ ਸਮਰੱਥਾਵਾਂ ਨੂੰ ਨਿਮਰਤਾ ਦੇ ਸਹਿਤ ਮਨੁੱਖ ਫਿਰ ਜੇ ਆਪਣੇ ਮੂਲ ਨਾਲ ਜੋੜ ਲਵੇ। ਅਰਦਾਸ 'ਚ ਰੋਜ਼ਾਨਾ ਜਿਹੜੇ ਵਾਕ ਪੜ੍ਹਦੇ ਆ ਉਹ ਇਹੀ ਗੱਲ ਚੇਤਾ ਕਰਾਉਂਦੇ ਹਨ ਕਿ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਕਿ ਜਦੋਂ ਲੋਕ ਮੇਰੀ ਹਸਤੀ ਦੇਖਦੇ ਨੇ ਉਹ ਕਹਿੰਦੇ ਨੇ ਬੜਾ ਉੱਚਾ ਹੈ, ਬੜਾ ਚੰਗਾ ਹੈ, ਪਰ ਗੁਰੂ ਸਾਹਿਬ ਜੀ ਕਹਿੰਦੇ ਇਹਨੂੰ ਤੇਰੇ ਦੇ ਭਾਵ ਵਿੱਚ ਰੱਖ, ਕਿਉਂਕਿ ਜਦੋਂ ਇਹਦੀ ਮੈਂ ਪੈਦਾ ਹੋਈ ਉਦੋਂ ਮੈਂ ਦੇ ਸਹਿਤ ਇਹਦੇ ਉੱਪਰ ਇੱਕ ਖਤਰਾ ਵੀ ਮੰਡਰਾਉਣ ਲੱਗ ਪਏਗਾ ਕਿ ਮੈਂ ਦਾ ਨਾਸ਼ ਹੋ ਜਾਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਰਨੀ ਕਮਲ ਜਮਾਲ। ਇਸ ਕਰਕੇ ਨਿਮਰਤਾ ਦਾ ਭਾਵ ਹੈ ਕਿ ਆਪਣੇ ਮੂਲ ਦੇ ਨਿਕਟ ਰਹਿ ਕੇ। ਹੁਣ ਮੂਲ ਦੇ ਨਿਕਟ ਰਹਿਣ ਦਾ ਭਾਵ ਇਹ ਹੈ, ਜਿਵੇਂ ਬੱਚੇ ਨੂੰ ਕਦੀ ਨਹੀਂ ਲੱਗਦਾ ਕਿ ਮੈਂ ਕਿਸੇ ਦਾ ਅਪਮਾਨ ਕਰਾਂ, ਜਿਵੇਂ ਬੱਚੇ ਨੂੰ ਕਦੀ ਨਹੀਂ ਲੱਗਦਾ ਕਿ ਮੈਂ ਕਿਸੇ ਦੇ ਨਾਲ ਆਪਣਾ ਵੈਰ ਭਾਵ ਪੈਦਾ ਕਰਾਂ। ਅਤੇ ਇਹ ਸਾਡਾ ਨਿਮਰ ਦਾ ਮੂਲ ਸੁਭਾਅ ਹੈ, ਇਹਦੇ ਨਿਕਟ ਰਹਿਣਾ ਹੀ ਨਿਮਰਤਾ ਹੈ। ਕਿਉਂਕਿ ਚੀਜ਼ਾਂ ਦੇ ਰੂਪ ਹੌਲੀ ਹੌਲੀ ਅੱਜ ਕੁਝ ਸਮਝ ਦੇ ਵਿੱਚ ਆਉਂਦੇ ਨਹੀਂ। ਤਾਂ ਨਿਮਰ ਮੂਲ ਸੁਭਾਅ, ਨਿਮਰਤਾ ਦਾ ਭਾਵ ਇਹ ਹੈ ਕਿ ਮੇਰੇ ਮੂਲ ਸੁਭਾਅ ਦੇ ਵਿੱਚ, ਸਾਡੇ ਮੂਲ ਸੁਭਾਅ ਦੇ ਵਿੱਚ ਕੁਝ ਵੈਰ, ਦਵੈਸ਼, ਦਵੈਤ, ਮਾਇਆ ਦੇ ਵਿਕਾਰਾਂ ਦੀ ਭਟਕਣਾ ਹੈ ਹੀ ਨਹੀਂ। ਅਤੇ ਆਪਣੇ ਮੂਲ ਸੁਭਾਅ ਨੂੰ ਗ੍ਰਹਿਣ ਕਰ ਲੈਣਾ ਹੀ
ਨਿਮਰਤਾ ਦਾ ਪੱਧਰ ਹੁੰਦਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨਿਮਰਤਾ ਦੇ ਸਹਿਤ ਕੀਤੇ ਹੋਏ ਸਾਰੇ ਕਰਮ ਹੀ ਠੀਕ ਰੂਪ ਦੇ ਵਿੱਚ ਅੰਕੁਰਿਤ ਹੁੰਦੇ ਹਨ। ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰਮ ਸਿਉ ਖੰਡ ਖੰਡ ਕਰ ਹਾਰ। ਤਾਂ ਇਸ ਸਲੋਕ ਦੇ ਵਿੱਚ ਗੁਰੂ ਸਾਹਿਬ ਜੀ ਬੜੀ ਸਿਖਰਲੀ ਗੱਲ ਆਖ ਰਹੇ ਹਨ। ਗੁਰੂ ਸਾਹਿਬ ਜੀ ਫਰਮਾ ਰਹੇ ਹਨ ਕਮਲ ਨੈਣ, ਪਰਮੇਸ਼ਵਰੀ ਸਰੂਪ ਦਾ ਬਖਸ਼ਿਸ਼ ਕਰਦੇ ਹਨ। ਕਮਲ ਨੈਣ ਭਾਵ ਕਿ ਜਿਹਦੀ ਮੂਰਤ ਹਿਰਦੇ ਵਿੱਚ ਧਿਆਨ ਧਰਨ ਦੇ ਨਾਲ ਮਨੁੱਖ ਦੇ ਅੰਦਰ ਇੱਕ ਵੱਡਾ ਧਰਵਾਸ ਵੱਜ ਜਾਂਦਾ ਹੈ। ਦੁਨੀਆਦਾਰੀਆਂ ਦੇ ਸੰਕਟਾਂ ਕਰਕੇ ਜਦੋਂ ਮਨੁੱਖ ਬੜਾ ਦੁਖੀ ਹੋਵੇ ਨਾ, ਤਾਂ ਕੁਦਰਤੀ ਕਿਤੇ ਬਾਣੀ ਦੁਆਰਾ ਜਾਂ ਅਕਾਲ ਪੁਰਖ ਦੀ ਯਾਦ ਦਾ ਕੋਈ ਭਾਵ ਉਹਦੇ ਹਿਰਦੇ ਵਿੱਚ ਅਚਾਨਕ ਆ ਜਾਵੇ ਤਾਂ ਉਹਨੂੰ ਸੁਖਦ ਪ੍ਰਤੀਤ ਹੋਣ ਲੱਗ ਪੈਂਦਾ ਹੈ। ਜਿਵੇਂ ਇਸੇ ਪ੍ਰਕਾਰ ਜਿਵੇਂ ਬੱਚੇ ਦੇ ਦੋ ਨੇਤਰ ਹਨ, ਕਿਸੇ ਸੰਕਟ ਵਿੱਚ ਵਿਪਤਾਗ੍ਰਸਤ ਹੋ ਗਿਆ, ਉਹਨਾਂ ਦੋ ਨੇਤਰਾਂ ਦੇ ਨਾਲ ਮਾਤਾ ਦੀ ਮੂਰਤ ਉਹਨੂੰ ਸਾਹਮਣੇ ਦਿਖ ਪਈ ਹੈ, ਉਹਨੂੰ ਧਰਵਾਸ ਵੱਜ ਜਾਂਦਾ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕਮਲ ਨੈਣ, ਪਰਮੇਸ਼ਰ ਤੇਰੇ ਨੈਣ ਰੂਪ ਯਾਦ ਜਦੋਂ ਹਿਰਦੇ ਵਿੱਚ ਵਸ ਜਾਂਦੀ ਹੈ। ਅੰਜਨ ਸਿਆਮ, ਅੰਜਨ ਦਾ ਭਾਵ ਸੁਰਮੇ ਰੂਪ, ਸ਼ਾਮ ਰੂਪ ਤੇਰਾ ਰੰਗ ਹੈ। ਚੰਦਰ ਬਦਨ, ਤੇ ਚੰਦਰਮਾ ਵਰਗਾ ਬਦਨ ਹੈ, ਭਾਵ ਕਿ ਅਤ ਸੀਤਲਤਾ ਕਰੁਣਾ ਦੇ ਨਾਲ ਭਰਿਆ ਹੋਇਆ। ਚਿੱਤ ਚਾਰ, ਤੇ ਜਿਹਦੇ ਨਾਲ ਚਿੱਤ ਜੋੜਦਿਆਂ ਹੀ ਚਾਰ ਭਾਵ ਆਨੰਦ ਵਰਤ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮੂਸਨ ਮਗਨ ਮਰਮ ਸਿਉ ਖੰਡ ਖੰਡ ਕਰ ਹਾਰ। ਐਸੇ ਸੁੰਦਰਤਾ ਭਰਪੂਰ ਦਇਆਲਤਾ ਭਰਪੂਰ ਪਰਮੇਸ਼ਰ ਦੇ ਪ੍ਰੇਮ ਦੀ ਪ੍ਰਾਪਤੀ ਤਦ ਹੀ ਹੋ ਸਕਦੀ ਹੈ ਜਦੋਂ ਮਨੁੱਖ ਉਹਦਾ ਮਰਮ ਜਾਣਨ ਦੇ ਲਈ, ਉਹਦਾ ਭੇਦ ਜਾਣਨ ਦੇ ਲਈ, ਉਹਦੇ ਮਿਲਾਪ ਦੇ ਲਈ ਖੰਡ ਖੰਡ ਕਰ ਹਾਰ ਆਪਣੇ ਆਪ ਨੂੰ ਨਿੱਕਾ ਨਿੱਕੜਾ ਟੁਕੜਾ ਕਰਕੇ ਕੁਰਬਾਨ ਕਰ ਦੇਵੇ। ਇਸੇ ਪ੍ਰਕਾਰ ਟੁਕੜਾ ਟੁਕੜਾ ਕੁਰਬਾਨ ਕਰਨ ਦਾ ਕੀ ਭਾਵ ਇਹ ਹੈ ਕਿ ਜਦੋਂ ਤੱਕ ਮਨ ਦੇ ਤਲ 'ਤੇ ਹਾਂ ਉਦੋਂ ਤੱਕ ਲੱਗਦਾ ਹੈ ਕਿ ਸਾਡਾ ਸਾਰਾ ਜੀਵਨ ਸੰਸਾਰ ਦੇ ਭੋਗਾਂ ਲਈ ਬਣਿਆ ਹੋਇਆ ਹੈ ਅਤੇ ਭੋਗਾਂ ਦੇ ਵਿੱਚੋਂ ਰੋਗ ਪੈਦਾ ਹੁੰਦੇ ਨੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਖੰਡ ਖੰਡ ਕਰ ਹਾਰ ਦਾ ਭਾਵ ਇਹ ਹੈ ਕਿ ਜੀਵਨ ਦੇ ਵਿੱਚ ਜਿਹੜੀ ਨਿੱਕੀ ਤੋਂ ਨਿੱਕੀ ਸਮਰੱਥਾ ਹੈ ਉਹਨੂੰ ਵੀ ਆਪਣੇ ਗੁਰ ਉੱਪਰ ਕੁਰਬਾਨ ਕਰ ਦੇਣਾ। ਗੁਰ ਉੱਪਰ ਕੁਰਬਾਨ ਕਰਨ ਦਾ ਭਾਵ ਇਹ ਹੈ ਕੰਨਾਂ ਦੇ ਕੋਲ ਸੁਣਨ ਦੀ ਸ਼ਕਤੀ ਹੈ ਅਤੇ ਕੇਵਲ ਗੁਰੂ ਕਾ ਜਸ, ਗੁਰੂ ਕੀ ਸ਼ਬਦ ਵਿਚਾਰ, ਕੀਰਤਨ ਦਾ ਰਸ ਹੀ ਮੰਨਣਾ, ਦੂਜਾ ਰਸ ਨਹੀਂ। ਨੇਤਰਾਂ ਦੇ ਕੋਲ ਦੇਖਣ ਦੀ ਸ਼ਕਤੀ ਹੈ ਅਤੇ ਗੁਰ ਕਾ ਦਰਸ਼ਨ ਹੀ ਦੇਖਣਾ, ਦੂਜਾ ਨਹੀਂ। ਚੱਲਣ ਦੀ ਸਮਰੱਥਾ ਹੈ ਤਾਂ ਗੁਰੂ ਦੁਆਰ ਚੱਲ ਕੇ ਜਾਣਾ, ਕਿਸੇ ਹੋਰ ਵਿਅਰਥ ਪ੍ਰਕਾਰ ਅਨੈਤਿਕ ਸਥਾਨ ਦੇ ਉੱਪਰ ਨਹੀਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਖੰਡ ਖੰਡ ਕਰ ਹਾਰ। ਆਪਣੇ ਜੀਵਨ ਦੀ ਹਰੇਕ ਸਮਰੱਥਾ ਨੂੰ ਗੁਰੂ ਕੀ ਕਿਰਪਾ ਦੇ ਉੱਪਰੋਂ, ਗੁਰੂ ਕੇ ਪ੍ਰੇਮ ਉੱਪਰੋਂ ਕੁਰਬਾਨ ਕਰਨਾ ਚਾਹੀਦਾ। ਜਿਵੇਂ ਦਾ ਦੁਨਿਆਵੀ ਤੌਰ 'ਤੇ ਉਦਾਹਰਣ, ਆਪਣੇ ਬੱਚੇ ਦਾ ਜੀਵਨ ਸੁਖਦ ਬਣ ਜਾਏ, ਮਾਤਾ ਪਿਤਾ ਅੱਡੀ ਚੋਟੀ ਦਾ ਯਤਨ ਲਗਾਉਂਦਾ ਕਿ ਇਹਦਾ ਜੀਵਨ ਸੁਖਦ ਬਣ ਜਾਏ। ਇਸੇ ਪ੍ਰਕਾਰ ਅਕਾਲ ਪੁਰਖ ਦੀ ਪੂਰੀ ਦਇਆਲਤਾ, ਉਹਦੀ ਕਿਰਪਾਲਤਾ ਦੇ ਪਾਤਰ ਬਣ ਜਾਈਏ। ਤਾਂ ਗੁਰੂ ਸਾਹਿਬ ਜੀ ਕਹਿੰਦੇ ਖੰਡ ਖੰਡ ਕਰ ਹਾਰ। ਹੁਣ ਖੰਡ ਖੰਡ ਦਾ ਇੱਕ ਹੋਰ ਵੀ ਭਾਵ ਇਹ ਹੈ ਕਿ ਮਨੁੱਖ ਆਪਣੇ ਆਪ ਨੂੰ ਕਦੀ ਵੀ ਅਧਿਆਤਮਿਕ ਸਾਧਨਾ ਦੇ ਵਿੱਚ ਬਰੀਕੀ ਦੇ ਸਹਿਤ ਸ਼ਾਮਲ ਨਹੀਂ ਕਰਦਾ। ਉਹ ਆਪਣੇ ਆਪ ਨੂੰ ਸਤਈ ਜਿਹਾ ਰੱਖਦਾ ਹੈ। ਸਤਈ ਜਿਹਾ ਰੱਖਣ ਦਾ ਮਤਲਬ ਹੈ, ਹੁਣ ਕਥਾ ਸੁਣਦੇ ਅਸੀਂ ਸਾਰੇ ਗੁਰੂ ਕੀ ਬਾਣੀ ਦੀ, ਹੁਣ ਇਹਦੇ ਚਾਰ ਪੱਧਰ ਬਣਦੇ ਨੇ। ਚਾਰ ਪੱਧਰ ਦਾ ਭਾਵ ਇਹ ਹੈ ਕਿ ਇੱਕ ਪੱਧਰ ਹੈ ਇਹਦਾ ਕਿ ਕਥਾ ਸੁਣਨੀ ਹੈ ਮਨ ਦੀ ਇਕਾਗਰਤਾ ਦੇ ਲਈ, ਕਿ ਰੋਜ਼ਾਨਾ ਕਥਾ ਦਾ ਗਿਆਨ ਮਨ ਨੂੰ ਸਾਧ ਦੇਵੇ ਅਤੇ ਮਨ ਦੇ ਵਿੱਚ ਸੰਸਾਰੀ ਫੁਰਨੇ ਜਿਹੜੇ ਹਨ ਉਹ ਬੰਦ ਹੋ ਜਾਣੇ, ਪਹਿਲਾ ਪੱਧਰ। ਦੂਜਾ ਪੱਧਰ ਹੈ ਕਿ ਚਿੱਤ ਸਵੱਛ ਹੋ ਜਾਵੇ। ਚਿੱਤ ਸਵੱਛ ਹੋਣ ਦਾ ਮਤਲਬ ਹੈ ਕਿ ਜਿਵੇਂ ਅਸੀਂ ਕਦੇ ਜਿਵੇਂ ਗੁਰੂ ਘਰ ਬੈਠੇ ਹੋ ਸਕਦਾ ਸਾਡੇ ਅੰਦਰ ਘਰ ਦਾ ਜ਼ਿਕਰ ਚੱਲ ਰਿਹਾ ਹੋਵੇ, ਕਾਰੋਬਾਰ ਦੀ ਸੋਚਣੀ ਚਿਤਵਣੀ ਚੱਲ ਰਹੀ ਹੋਵੇ, ਜਾਂ ਕੋਈ ਵਕਾਰ ਦਾ ਖਿਆਲ ਚੱਲ ਰਿਹਾ ਹੋਵੇ, ਹੋ ਸਕਦਾ ਹੈ। ਤਾਂ ਜਦੋਂ ਗੁਰੂ ਸਾਹਿਬ ਦੂਜੇ ਪੱਧਰ ਕਰਕੇ ਕਥਾ ਇਉਂ ਸੁਣਨੀ ਹੈ ਕਿ ਸਾਡਾ ਚਿੱਤ ਸਵੱਛ ਹੋ ਜਾਵੇ, ਭਾਵ ਕਿ ਇਹਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਆਕਰਸ਼ਣ ਰਹੇ ਨਾ। ਜੇ ਆਕਰਸ਼ਣ ਰਹੇ ਤਾਂ ਉਹ ਕੇਵਲ ਆਪਣੇ ਪਰਮ ਸਰੂਪ ਦੀ ਯਾਦ ਦਾ ਰਹੇ। ਤੀਜਾ ਪੱਧਰ ਹੈ ਆਪਣੇ ਬੁੱਧ ਦੀ ਘਾੜਤ ਕੱਢਣੀ ਹੈ। ਹੁਣ ਅੱਜ ਕੱਲ੍ਹ ਨਾ ਦੁਨੀਆ ਜਦੋਂ ਸਿੱਖ ਥੋੜ੍ਹੇ ਜ਼ਿਆਦਾ ਸਿਆਣੇ ਹੋ ਗਏ ਨੇ, ਉਹ ਸਮਝਣ ਲੱਗ ਪਏ ਨੇ ਕਿ ਜਿਹੜੀ ਸਾਨੂੰ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚੋਂ ਮਿਲਣ ਵਾਲੀ ਅਕਲ ਹੈ ਸ਼ਾਇਦ ਇਹੀ ਸਰਵੋਤਮ ਹੈ। ਜੇ ਇਹੀ ਸਰਵੋਤਮ ਹੋਵੇ ਤਾਂ ਇਤਨੀ ਵਿੱਦਿਆ ਨੂੰ ਧਾਰਨ ਕਰਨ ਵਾਲੇ, ਉਚੇਰੀਆਂ ਡਿਗਰੀਆਂ ਵਾਲੇ ਵੀ ਆਮ ਅਨੈਤਿਕ ਜੀਵਨ ਕਿਉਂ ਜਿਉਣ। ਇਸ ਕਰਕੇ ਤੀਜੇ ਪੱਧਰ ਕਰਕੇ ਕਥਾ ਇਉਂ ਸੁਣਨੀ ਹੈ
कि जिहड़ी साडी बुੱਧ है, भावें असीं दुनियावी विद्या बड़ी प्राप्त की हुई है, दुनिया के बड़े विषयां का ज्ञान है, पर यह सारा ज्ञान शुद्ध हो के मर्यादा दे विच आ जावे। इस करके अपनी विवेक बुੱਧ के निर्माण लई कथा श्रवण करनी है। फिर इस तो अगला पद्धर है सुरत करके। सुरत का भाव यह है कि मन भी जाता रहे, चित्त भी जाता रहे, बुੱਧ भी जाती रहे, केवल अपनी कोई सुध बाकी ना बचे, केवल जिहदे तो उपजे हाँ ਉਹਦਾ ही स्वरूप हो जाइए। इस करके कथा श्रवण करनी। ਇਹਦਾ मतलब ਜਿਹੜਾ ਅਸੀਂ ਕੰਨਾਂ ਦੁਆਰਾ ਸੁਣਦੇ ਹਾਂ ਇਹ ਅੱਗੇ 4 ਭਾਗਾਂ ਦੇ ਵਿੱਚ ਤਕਸੀਮ ਹੋ ਜਾਂਦਾ ਹੈ ਤੇ ਇਹਨਾਂ 4 ਭਾਗਾਂ ਨੂੰ ਵੱਖਿਆਂ ਵੱਖਰਿਆਂ ਕਰਕੇ श्रवण ਕਰਨ ਤੋਂ ਬਾਅਦ ਫਿਰ ਇੱਕੋ ਕਰ ਦੇਣਾ ਹੈ। ਇਹੀ ਕਥਾ ਸੁਣਨ ਦੀ ਗਹਿਰਾਈ ਹੁੰਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਖੰਡ ਖੰਡ ਕਰ ਹਾਰ, ਤੈਨੂੰ ਮਨ ਵੀ ਸਾਧਣਾ ਪਏਗਾ, बुद्धि ज अपना चित्त भी वश करना पएगा, बुੱਧ ਨੂੰ विवेक के सहित भी ढालना पएगा तो सुरत ਨੂੰ पूर्ण एकाग्र भी करना पएगा। तुसीं हिसाब ला लो कि 4 पद्धर तो साडे अंदरीव दे ही बन गए। हुण जिहड़े बाहरी ज्ञान इंद्रिय कर्म बनते हैं इन्हां दी एक वक्री विचार बनती है। तो गुरु साहब जी कहते हरेक पद्धर की गहराई नूं समझ के अपने गुर स्वरूप की शब्द विचार दे विच भेट कर देना। खंड खंड कर हार। दूजा उस तो बाद देह का बल, देह का बल साडे पास रहिंदा है। तो देह के बल का साडे पास रहन का भाव यह है कि की इनू दुनियावी रत करना चाहिए। इस करके जदों असी सेवा के कर्म दे विच पूरा शामिल नहीं ना हुंदे, उहदा मतलब है कि सानू ये समझ आ रही। इस करके गुरबाणी च ना वाक आउंदे हन, सतगुरु साहब जी बख्शिश करते हैं, तेरा तुझको सौंप ते क्या लागै मेरा। हुण तेरा का भाव की है कि कुछ अपना निज का गिणो। भोजन ग्रहण कर रहे हो, कुदरती तौर पर बनस्पति विच पैदा होया है। जे मनुख कहे बीज मैं बीजिया तो मनुख अगला मनुख पुछेगा कि जिहड़ा पहला बीज सी वो कौन लैके आया, इहदी विचार दसो। हुण तां बीज बीजिया है, पर जिहड़ा पहला बीज बीजिया जिहदे तों इन्ना कुछ अंकुरित होया वो कित्थों आया, ये धरत कित्थों आई। ये वक्री गल है कि तू इस जमीन के टुकड़े नूं खरीद लिया तो कह रहा मेरा है, पर इहदा मूल सिरजण वाला कौन है। भोजन भी ग्रहण कर रहे हो तेरे का भाव है, कपड़ा पहन रहे हाँ वो भी तेरे का भाव है। तो गुरु साहब जी कहते सौंप ते। इसे पर खंड खंड कर हार का भाव यह है कि अपने किसी बल नेम नूं अपना नहीं जिउणा। जदों अपना बना के जिउण लैंदे आ तो वह साडा मायाधारी केंद्रित जीवन हो जाता। गुरबाणी च ना एक वाक आउंदा, मायाधारी अत अन्ना बोल। वो गुरु साहब जी ने धारी की गल की है। हुण धारी दे भी बड़े बड़े पद्धर हुंदे हन। एक है जिन्हें मोटे मोटे तौर पर धारण किया कि वह कभी इस गल नूं मनदा ही नहीं कि पदार्थ दूजे का भी है। एक बहुत सूखम हो जाता है, जिहड़ा अति सूखम हो जाता है वो पदार्थां नूं जिउं रहा हुंदा, पर किते उहदे अंदर असहमति पई हुंदी है कि ये अकाल पुरख दे नहीं हन। जुबान ते कही जाता गुरु साहब की बड़ी किरपा है, पर उहदे धुर अंदर बड़ा किते गहरा भाव पिया हुंदा कि वह इस होंद नूं नहीं मन रहा हुंदा। इस करके जद कदे हौमे के पद्धर नूं एनालिसिस करिए ना तो जिहड़े बहुत मैं कई बारी इन्हां वाकां नूं समझण दा यतन कीता है। गुरबाणी च एक वाक आउंदा है, कर्म करत बद्धे अहुमेव, कि कर्म करन ने ही हौमे विच फसाया। इहदा अर्थ यह बनदा है, इहदा भाव की है कि जिहड़ा कर्म अपने होण करके कीता उन्हें ही हौं दे सहित कीता। असीं कदी भी कोई ऐसा भाव नहीं संचित करदे। तां गुरु साहब जी कहंदे खंड खंड कर हार, अपनी हरेक समर्था नूं गुरु के प्रेम दे लई कुर्बान करना। हुण इहदे विच बड़ियां समर्थावां आउंदियां ने, विचार वसीह हुंदी जांदी, समय की सीमा है, पर साडीआं बड़ियां समर्थावां ने। तां गुरु साहब जी कहंदे ये हरेक समर्था नूं गुरु उपर कुर्बान कर देना। तां गुरु साहब जी कहंदे जदों इस तरह मनुख कुर्बान करदा है तां उहदे जीवन की जिहड़ी है कृपालता दयालता प्राप्त हुंदी है। गुरु जीवन दे विच बड़े प्रमाण पए ने ऐसे, जिवें गुरु भाई लैणा जी आ गए, घर बार की सुध नहीं रखी, अपनी अस्थि नूं पूरी तरह मेट दिता, अपनियां सारियां समर्थावां भी अर्पण कर दित्तियां। श्री अमरदास जी आए, अपना समुच्चा जीवन ही अर्पण कर दिता, फिर गुरु की दयालता दे पात्र बने। तो इस प्रकार गुरु साहब जी बख्शिश करते हैं कि जे अकाल पुरख का प्रेम जागे तो उस प्रेम का भाव यह है कि मनुख जिहदे नाल प्रेम होवे उहदे तो सारा कुछ कुर्बान करना चंगा समझदा है। मगन पयो प्रे प्रेम स्यों सुहूद न सिमरत अंग। तो हुण गुरु साहब जी कहते मगन पयो प्रे प्रेम स्यों, जिन्हां दा मन बुद्ध चित्त सुरत अकाल पुरख के प्रेम दे विच मगन हो गई है। सूद न सिमरत अंग, उन्होंने अपने अंग भाव के बाहरी होंद की
ਕੋਈ ਸੁੱਧ ਨਹੀਂ ਰਹਿੰਦੀ ਹੈ। ਕਿਵੇਂ? ਮਰਗ ਪ੍ਰਗਟ ਪਇਓ ਸਭ ਲੋ ਮੈਂ ਨਾਨਕ ਕਦਮ ਪਤੰਗ। ਜਿਵੇਂ ਕਹਿੰਦੇ ਰੌਸ਼ਨੀ ਦਾ ਜਿਹੜਾ ਹੈ, ਰੌਸ਼ਨੀ ਦੇ ਪ੍ਰੇਮ ਦੇ ਵਿੱਚ ਵੱਜਾ ਹੋਇਆ ਪਤੰਗਾ ਉਹਦੇ 'ਤੇ ਆਪਣੇ ਪਰ ਮਾਰਦਾ, ਉਹਨੂੰ ਪਤਾ ਵੀ ਹੁੰਦਾ ਕਿ ਰੌਸ਼ਨੀ ਦੇ ਵਿੱਚ ਗਰਮੀ ਹੈ, ਮੇਰੇ ਪੰਖ ਸਾੜ ਦੇਗੀ। ਕਹਿੰਦੇ ਪਰ ਰੌਸ਼ਨੀ ਦੇ ਨਾਲ ਜੁੜਨ ਦੀ ਜਿਹੜੀ ਚਾਹਤ ਹੈ, ਉਹਨੂੰ ਆਪਣੇ ਪੰਖ ਕੁਰਬਾਨ ਕਰਨ ਦੀ ਜਿਹੜੀ ਚਿੰਤਾ ਉਹ ਉਹਦੇ ਨਿਕਟ ਨਹੀਂ ਰਹਿਣ ਦਿੰਦੀ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਅਕਾਲ ਪੁਰਖ ਦੀ ਯਾਦ ਵਿੱਚ ਦ੍ਰਿੜ ਹੋ ਜਾਂਦੇ ਹਨ, ਜੀਵਨ ਦੇ ਬਾਹਰੀ ਕਸ਼ਟ ਜਾਂ ਜਿਹੜਾ ਮੌਤ ਦਾ ਵੱਡਾ ਭੈ ਵਾਪਰਨਾ, ਸੰਕਟ ਵਾਪਰਨਾ ਹੈ, ਉਹਨੂੰ ਵੀ ਬੜਾ ਸਹਿਜੇ ਧਾਰਨ ਕਰ ਲੈਂਦੇ ਨੇ। ਇਸ ਕਰਕੇ ਸਿੱਖ ਸ਼ਹੀਦ ਕੀਤਾ ਨਹੀਂ ਜਾਂਦਾ, ਸਿੱਖ ਸ਼ਹੀਦੀ ਧਾਰਨ ਕਰਦਾ ਹੈ। ਅਸੀਂ ਕਹਿੰਦੇ ਗੁਰੂ ਸਾਹਿਬਾਨਾਂ ਨੇ ਸ਼ਹਾਦਤ ਧਾਰਨ ਕੀਤੀ, ਉਹਦਾ ਮਤਲਬ ਕੀ ਹੈ? ਉਹਦਾ ਭਾਵ ਹੈ ਕਿ ਗੁਰੂ ਸਾਹਿਬਾਨਾਂ ਨੇ ਜਦੋਂ ਅਕਾਲ ਪੁਰਖ ਸਰੂਪ ਦਾ ਪ੍ਰੇਮ ਉਹਨਾਂ ਦੇ ਹਿਰਦੇ ਵਿੱਚ ਕੁਰਬਾਨ ਹੋ ਗਿਆ, ਅਤੇ ਉਹਨਾਂ ਨੂੰ ਲੱਗਾ ਕਿ ਹੁਣ ਜੇ ਇੱਕ ਨੈਚੁਰਲ ਤਰੀਕੇ ਦੇ ਨਾਲ ਸੰਸਾਰ ਤੋਂ ਵਿਕਟਿਤ ਹੁੰਦੀ ਹੈ ਤਾਂ ਉਹਦੇ ਵਿੱਚ ਪ੍ਰੇਮ ਦਾ ਜਿਹੜਾ ਸਬਕ ਉਹ ਨਹੀਂ ਬਣੇਗਾ। ਇਸ ਕਰਕੇ ਆਪਣੇ ਪ੍ਰੇਮ ਨੂੰ ਸ਼ਹਾਦਤ ਦੇ ਵਿੱਚ ਪਾਲਿਆ ਜਾਵੇ, ਤਾਂ ਕਿ ਦੁਨੀਆ ਨੂੰ ਪਤਾ ਲੱਗ ਜਾਵੇ ਕਿ ਦੁਨੀਆ ਦੇ ਮੋਹ ਵਿੱਚ ਰੱਤੇ ਮਰਦੇ ਹਾਂ ਅਤੇ ਕੁਰਲਾਹਟ ਹੁੰਦੀ ਹੈ। ਜੇ ਰੱਬੀ ਰੰਗ ਦੇ ਵਿੱਚ ਪ੍ਰੇਮ ਦੇ ਵਿੱਚ ਰੱਤੇ ਹੋਏ ਮਰਾਂਗੇ ਤਾਂ ਚਿੱਤ ਸੁਹਾਵਣਾ ਹੋਏਗਾ ਅਤੇ ਮੁੱਖ 'ਤੇ ਇੱਕ ਜਮਾਲ ਹੋਏਗਾ, ਇੱਕ ਜਲੌ ਹੋਏਗਾ। ਇਸ ਕਰਕੇ ਅਧਿਆਤਮਕ ਅਰਥਾਂ ਦੇ ਵਿੱਚ ਰੱਬੀ ਪ੍ਰੇਮ ਦੇ ਵਿੱਚ ਮਰਨ ਵਾਲਾ ਜਿਹੜਾ ਜੀਵਨ ਹੈ ਉਹ ਵੱਡਾ ਜੀਵਨ ਹੁੰਦਾ ਹੈ। ਜਿਵੇਂ ਮਨਸੂਰ ਨੇ ਕਹਿ ਦਿੱਤਾ ਸੀ ਨਾ, ਇਸੇ ਪ੍ਰਕਾਰ ਕਿ ਮੇਰਾ ਅੰਗ ਅੰਗ ਗਵਾਹੀ ਦੇਵੇਗਾ ਕਿ ਮੈਂ ਪਰਮੇਸ਼ਰ ਦੇ ਰੰਗ ਵਿੱਚ। ਉਹਨਾਂ ਕਿਹਾ ਸੀ ਕਿ ਤੈਨੂੰ ਅਕਾਲ ਪੁਰਖ ਮਿਲਿਆ, ਇਹਦਾ ਕੋਈ ਸਬੂਤ ਦੇ। ਉਹ ਨਾਅਰਾ ਮਾਰਦਾ ਹੁੰਦਾ ਸੀ ਅਨਲ ਹੱਕ ਦਾ, ਮੈਂ ਹੀ ਸੱਚ ਹਾਂ, ਮੈਂ ਹੀ ਖੁਦਾ ਹਾਂ। ਉਹ ਕਹਿਣ ਲੱਗਾ ਕਿ ਤੁਹਾਨੂੰ ਜਦੋਂ ਸੂਲੀ 'ਤੇ ਚਾੜ੍ਹ ਦੋਗੇ ਉਦੋਂ ਇਸ ਗੱਲ ਦਾ ਪ੍ਰਮਾਣ ਦੇਵਾਂਗਾ, ਮੂੰਹ ਤੋਂ ਜ਼ੁਬਾਨ ਤੋਂ ਨਹੀਂ ਦੇਵਾਂਗਾ। ਕਹਿਣ ਲੱਗੇ ਕਿਸ ਪ੍ਰਕਾਰ? ਇੱਕ ਇਨਸਾਨ ਨੂੰ ਦੱਸ ਗਿਆ ਸੀ, ਜਦੋਂ ਉਹਦੇ ਪੈਰ ਵੱਢੇ ਗਏ, ਹੱਥ ਬਾਹਾਂ ਸਿਰ ਸਾਰਾ ਸਰੀਰ ਨਿੱਕਾ ਨਿੱਕਾ ਕਰ ਦਿੱਤਾ ਗਿਆ, ਤਾਂ ਉਹਨੇ ਕਹਿ ਗਿਆ ਸੀ, ਕਹਿੰਦਾ ਮੇਰੇ ਹਰੇਕ ਅੰਗ ਦੇ ਨੇੜੇ ਹੋ ਕੇ ਸੁਣੀ, ਤੈਨੂੰ ਕੀ ਸੁਣਾਈ ਦਿੰਦਾ? ਜਦੋਂ ਉਹਨੇ ਹਰੇਕ ਉਹਦੇ ਟੁਕੜੇ ਦੇ ਹਿੱਸੇ ਨੇੜੇ ਹੋ ਕੇ ਸੁਣਿਆ, ਤੁਹਾਨੂੰ ਹਰੇਕ ਟੁਕੜੇ ਦੇ ਵਿੱਚੋਂ ਅਨਲ ਹੱਕ ਦੀ ਆਵਾਜ਼ ਸੁਣਾਈ ਦਿੱਤੀ। ਅਤੇ ਫਿਰ ਉਸ ਇਨਸਾਨ ਨੇ ਕਹਿ ਦਿੱਤਾ, ਕਹਿੰਦਾ ਮਨਸੂਰ ਝੂਠ ਨਹੀਂ ਸੀ ਬੋਲਦਾ, ਉਹਨੂੰ ਅਕਾਲ ਪੁਰਖ ਜਿੱਡਾ ਮਰਾਤਬਾ ਮਿਲ ਗਿਆ ਸੀ ਅਤੇ ਉਹਨੇ ਆਪਣਾ ਪ੍ਰਮਾਣ ਆਪਣੇ ਇੱਕ ਇੱਕ ਅੰਗ ਵਿੱਚੋਂ ਆਪਣੇ ਮਰਨ ਤੋਂ ਬਾਅਦ ਵੀ ਬੋਲ ਕੇ ਦਿੱਤਾ ਹੈ। ਇਸ ਕਰਕੇ ਸੱਚ ਖੁਦਾਏ ਹੀ ਰਹਿੰਦਾ ਹੈ, ਸਾਨੂੰ ਯਕੀਨ ਧਰਨਾ ਪਏਗਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸੂਦ ਨਾ ਸਿਮਰਤ ਅੰਗ। ਇਸ ਕਰਕੇ ਜਦੋਂ ਬੰਦਾ ਪ੍ਰੇਮ ਵਿੱਚ ਮਗਨ ਹੋ ਜਾਂਦਾ, ਉਹਨੂੰ ਆਪਣੇ ਸਾਰੇ ਭਾਵ ਭੁੱਲਣੇ ਸ਼ੁਰੂ ਹੋ ਜਾਂਦੇ ਹਨ। ਉਹਨੂੰ ਆਪਣਾ, ਜਿਵੇਂ ਅਸੀਂ ਦੁਨਿਆਵੀ ਬੱਚਿਆਂ ਦੇ ਮੋਹ ਦੇ ਵਿੱਚ ਹੀ ਹੋ ਜਾਂਦੇ ਹਾਂ, ਤਾਂ ਬੰਦਾ ਚੰਗਾ ਭਲਾ ਬਜ਼ੁਰਗ ਦੀ ਅਵਸਥਾ ਦੇ ਹੁੰਦਾ, ਉਹ ਬੱਚਿਆਂ ਵਾਲੀ ਹਰਕਤਾਂ ਕਰਨ ਲੱਗ ਪੈਂਦਾ। ਹੁਣ ਬੰਦਾ ਕਹੇਗਾ ਕਿ ਜੇ ਬਜ਼ੁਰਗ ਹੈ, ਹਰਕਤਾਂ ਬੱਚਿਆਂ ਵਾਲੀ ਕਰਨ ਲੱਗਾ, ਹੁਣ ਬੰਦਾ ਕੌਣ ਦੱਸੇ ਕਿ ਉਹ ਬੱਚੇ ਦੇ ਪ੍ਰੇਮ ਵਿੱਚ ਨਿਮਗਨ ਹੋ ਗਿਆ ਹੈ, ਅਤੇ ਉਹਨੂੰ ਆਪਣੀ ਸੁੱਧ ਨਹੀਂ ਰਹੀ ਕਿ ਮੇਰੀ ਦਾੜੀ ਚਿੱਟੀ ਹੈ ਜਾਂ ਮੇਰਾ ਸਰੀਰ ਬਿਰਧ ਹੈ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸੂਦ ਨਾ ਸਿਮਰਤ ਅੰਗ। ਜਿਨ੍ਹਾਂ ਦੇ ਹਿਰਦੇ ਅੰਦਰ ਅਕਾਲ ਪੁਰਖ ਦਾ ਜਿਹੜਾ ਰੰਗ ਚੜ੍ਹ ਗਿਆ, ਪ੍ਰੇਮ ਸਮਾ ਗਿਆ, ਉਹ ਫਿਰ ਉਹਨਾਂ ਨੂੰ ਬਾਹਰੀ ਜੀਵਨ ਦੀ ਸੁੱਧ ਨਹੀਂ ਰਹਿੰਦੀ। ਬਾਹਰੀ ਜੀਵਨ ਦੀ ਉਹ ਵੱਡੀ ਹੁਣ ਉਹਦਾ ਇੱਕ ਵੱਡਾ ਕਾਰਨ ਹੈ ਕਿ ਉਹ ਫਿਰ ਵੱਡੀ ਬੇਪਰਵਾਹੀ ਵਿੱਚ ਚਲੇ ਜਾਂਦੇ ਨੇ। ਗੁਰਬਾਣੀ 'ਚ ਇੱਕ ਵਾਕ ਆਉਂਦਾ ਹੈ, ਬੇਪਰਵਾਹ ਸਦਾ ਰੰਗ ਹਰ ਕੈ ਜਾਂ ਕੋ ਪਾਖ ਸੁਆਮੀ। ਜਾਂ ਅਠੈ ਪੈਰ ਲਿਵ ਇੱਕ ਤੈ ਲਿਵੈ ਮੰਨੇਨ ਹੁਕਮ ਅਪਾਰ। ਜਾਂ ਗੁਰਬਾਣੀ ਸਦੀਵਾਰ ਦੇ ਵਿੱਚ ਰੋਜ਼ਾਨਾ ਪੜ੍ਹਦੇ ਹਾਂ, ਪ੍ਰਵਾਹ ਨਾਹੀ ਕਿਸੈ ਕੇਰੀ ਬਾਝ ਸੱਚੇ ਨਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਪ੍ਰਗਟ ਪਇਓ ਸਭ ਲੋ ਮੈਂ। ਕਹਿੰਦੇ ਜਦੋਂ ਪਤੰਗਾ ਮੰਡਰਾ ਰਿਹਾ ਸੀ ਰੌਸ਼ਨੀ ਦੇ ਦੁਆਲੇ, ਕਿਸੇ ਨੇ ਨਹੀਂ ਜਾਣਿਆ, ਪਰ ਜਦੋਂ ਉਹਨੇ ਆਪਣੇ ਰੌਸ਼ਨੀ 'ਤੇ ਪਰ ਮਾਰ ਕੇ ਆਪਣੇ ਆਪ ਨੂੰ ਕੁਰਬਾਨ ਕਰ ਲਿਆ, ਅਤੇ ਜਦੋਂ ਹੇਠਾਂ ਡਿੱਗ ਪਿਆ, ਫਿਰ ਸਾਰਿਆਂ ਨੇ ਚਰਚਾ ਕੀਤੀ ਕਿ ਇਹ ਰੌਸ਼ਨੀ ਦੇ ਨਾਲ ਜੁੜ ਕੇ ਫਿਰ ਕੁਰਬਾਨ ਹੋਇਆ। ਕਹਿੰਦੇ ਜਿੰਨਾ ਚਿਰ ਪਰਮੇਸ਼ਰ ਦੇ ਪਿਆਰੇ ਦਾ ਉਹਦੇ ਹਿਰਦੇ ਅੰਦਰ ਪ੍ਰੇਮ ਭਾਵਨਾ ਬਣੀ ਸੀ, ਉਹ ਪ੍ਰੇਮ ਦੇ ਵਿੱਚ ਰੋਮ ਰੋਮ ਰੱਤਿਆ ਸੀ, ਕਿਸੇ ਨੇ ਨਹੀਂ ਜਾਣਿਆ। ਜਦੋਂ ਸ਼ਹਾਦਤ ਕਰਕੇ ਉਹਨੇ ਆਪਣੇ ਆਪ ਨੂੰ ਆਪਣੇ ਤਨ ਦਾ ਤੁੰਬਾ ਉਡਵਾ ਲਿਆ, ਫਿਰ ਹਰੇਕ ਨੇ ਜਾਣਿਆ ਕਿ ਇਹ ਪਰਮੇਸ਼ਰ ਦਾ ਸੱਚਾ ਮੁਰੀਦ, ਉਹਦਾ ਪਿਆਰਾ ਭਗਤ ਸੀ। ਕਿਉਂਕਿ ਉਹਨੇ ਉਹਦੇ ਯਾਦ ਤੋਂ ਉੱਪਰੋਂ ਉਹਦੀ ਨਿਸ਼ਾਨੀ ਦੇਣ ਦੇ ਲਈ, ਉਹਦਾ ਸੰਸਾਰ ਨੂੰ ਪ੍ਰੇਰਣਾ ਦੇਣ ਲਈ ਆਪਣਾ ਜਰਰਾ ਜਰਰਾ ਕੁਰਬਾਨ ਕਰ ਦਿੱਤਾ। ਗੁਰੂ ਤੇਗ ਬਹਾਦਰ, ਗੁਰੂ ਅਰਜਨ ਸਾਹਿਬ ਜੀ ਦੇ ਕਿੱਡੇ ਵੱਡੇ ਵਾਕ ਹਨ, ਤਨ ਮਨ ਕਾਟ ਕਾਟ ਸਭ ਅਰਪੀ, ਕਿ ਮੈਂ ਨੇਤਰ ਵੀ ਕੁਰਬਾਨ ਕਰਦਾ, ਸ਼ਰਵਣ ਵੀ, ਆਪਣਾ ਤੁੰਬਾ ਤਾਂ ਕਰਦਾ ਕਿ ਦੇਖਦਾ ਕਿਹੜੇ ਤੁੰਬੇ 'ਤੇ ਜਾ ਕੇ ਤੇਰੀ ਦਇਆਲਤਾ ਬਣਦੀ ਹੈ। ਜਿਵੇਂ ਬੱਚਾ ਕਈ ਵਾਰੀ ਨਾਰਾਜ਼ ਹੋਵੇ ਤਾਂ ਮਾਤਾ ਪਿਤਾ ਬੜਾ ਕੁਝ ਲਿਆ ਕੇ ਰੱਖਦਾ ਕਿ ਕਿਸੇ ਇੱਕ ਦੇ ਉੱਪਰ ਖੁਸ਼ ਹੋ ਜਾਵੇ। ਤਾਂ ਇਸੇ ਪ੍ਰਕਾਰ ਪਰਮੇਸ਼ਰ ਦੀ ਯਾਦ ਵਿੱਚ ਰੱਤੇ ਉਹ ਤਮਾਮ ਕਾਰਜ ਕਰਦੇ ਹਨ ਜਿਹਦੇ ਨਾਲ ਉਹਦੀ ਮਹਾਂ ਦਇਆਲਤਾ ਪ੍ਰਾਪਤ ਹੋ ਜਾਵੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਪ੍ਰਗਟ ਪਇਓ ਸਭ ਲੋ ਮੈਂ ਨਾਨਕ ਕਦਮ ਪਤੰਗ। ਇੱਕ ਪਤੰਗਾ ਭਾਵੇਂ
ਆਪਣੇ ਪਰ ਸਾੜ ਪੈਂਦਾ ਹੈ, ਪਰ ਉਹਦੇ ਵਿੱਚੋਂ ਉਹਨੂੰ ਵੱਡਾ ਜੀਵਨ ਮਿਲਦਾ, ਘੱਟੋ ਘੱਟ ਮਿਲਾਪ ਤਾਂ ਹੋ ਗਿਆ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਮਨੁੱਖ ਦਾ ਜੀਵਨ ਰੱਬੀ ਅਧਿਆਤਮਿਕ ਸਾਧਨਾ ਦੇ ਵਿੱਚ ਪੈ ਜਾਵੇ ਉਦੋਂ ਸਫਲ ਬਣਦਾ। ਇਸ ਪ੍ਰਕਾਰ ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਚੌਬੋਲੇ ਬਾਣੀ ਦੀ ਕਥਾ ਸੰਪੂਰਨ ਹੋਈ ਹੈ। ਸਤਿਗੁਰੂ ਸਾਹਿਬ ਜੀ ਨੇ ਇਹਨਾਂ ਸਾਰੇ ਸ਼ਲੋਕਾਂ ਦੇ ਵਿੱਚ ਸਾਨੂੰ ਪ੍ਰੇਮ ਦੀ ਖੇਡ ਸਮਝਾਈ ਹੈ, ਅਤੇ ਪ੍ਰੇਮ ਦੀ ਖੇਡ ਸਮਝਣ ਦੇ ਲਈ ਭਾਵਨਾ ਦੇ ਸਹਿਤ ਆਉਣਾ ਪੈਂਦਾ ਹੈ। ਜੇ ਭਾਵਨਾ ਦੇ ਸਹਿਤ ਨਹੀਂ ਆ ਰਹੇ ਤਾਂ ਸਮਝ ਲਓ ਕਿ ਸਾਡੀ ਪ੍ਰੇਮ ਦੀ ਸਾਧਨਾ ਦੇ ਵਿੱਚ ਅਜੇ ਦਰਕਾਰਤਾ ਹੈ। ਅਤੇ ਉਹਦੇ ਲਈ ਫਿਰ ਕਿੰਨੇ ਯਤਨ ਕਰਨੇ ਚਾਹੀਦੇ ਨੇ, ਇਹ ਆਪ ਜੀ ਵਧੇਰੇ ਠੀਕ ਰੂਪ ਦੇ ਵਿੱਚ ਸਮਝ ਸਕਦੇ ਹੋ। ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਦੇ ਜੀਵਨ ਵਿੱਚ ਅਧਿਆਤਮਿਕ ਅਰਥਾਂ ਵਾਲਾ ਪ੍ਰੇਮ ਗੁਰੂ ਚਰਨਾਂ ਦੇ ਨਾਲ ਅਥਾਹ ਪ੍ਰੀਤ ਬਣ ਜਾਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨਾ, ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਮੇਰੇ ਕੱਲ੍ਹ ਮਨ 'ਚ ਖਿਆਲ ਬਣਿਆ ਰਿਹਾ ਸੀ ਕਿ ਜਿਹੜੇ ਬਜ਼ੁਰਗ ਹੋ ਜਾਂਦੇ ਉਹਨਾਂ ਨੂੰ ਰੋਜ਼ਾਨਾ ਇਹ ਪੰਕਤੀ ਪੜ੍ਹਨੀ ਚਾਹੀਦੀ ਹੈ। ਕਿਉਂਕਿ ਜ਼ਿਆਦਾ ਅਵਸਥਾ ਜਵਾਨੀ ਦੇ ਵਿੱਚ ਵੀ ਉਮਰ ਬੀਤ ਰਹੀ ਹੁੰਦੀ ਹੈ, ਪਰ ਮਹਿਸੂਸ ਨਹੀਂ ਹੁੰਦੀ ਬੰਦੇ ਨੂੰ, ਕਿਉਂਕਿ ਉਹ ਜੋਸ਼ ਜਿਹਾ ਬਣਿਆ ਰਹਿੰਦਾ ਹੈ। ਬੁਢਾਪੇ ਦੇ ਵਿੱਚ ਬੀਤ ਰਹੀ ਹੁੰਦੀ ਹੈ, ਜ਼ਿਆਦਾ ਮਹਿਸੂਸ ਹੋਣ ਲੱਗ ਪੈਂਦੀ ਹੈ। ਅਤੇ ਉਸ ਸਮੇਂ ਦੇ ਵਿੱਚ ਜੇ ਇਹ ਵਾਕ ਦਾ ਅਭਿਆਸ ਬਣ ਜਾਏ ਅਤੇ ਦੂਜੇ ਪਾਸੇ ਸਤ ਸੰਗਤ ਦਾ ਕਰਮ ਬਣਿਆ ਰਹੇ ਅਤੇ ਉਮਰ ਦੇ ਬੀਤਣ ਦੀ ਨਿਰਾਸ਼ਾ ਮਨੁੱਖ ਨੂੰ ਨਹੀਂ ਘੇਰੇਗੀ, ਉਹਨੂੰ ਗੁਰੂ ਪ੍ਰੇਮ ਵਾਲਾ ਵੱਡਾ ਮਰਾਤਬਾ ਹਾਸਲ ਹੋਏਗਾ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰਨ, ਪਾਵਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਬਾਣੀ ਜੀ ਲੜੀਵਾਰ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ, ਵਿਆਖਿਆ ਦਾ ਯਤਨ ਸੇਵਾ ਰੂਪ ਦੇ ਵਿੱਚ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।